सन्मानयोग गुरु निवाजी साध संगत जीओ। आसा की वार दे कीर्तन आप जी ने बड़े प्यार नाल बैठ के सुने हन। आओ हुण अपनियां मनोबिरतियां अज दी गुरमत विचारधारा नाल जोड़न दा यतन करिए। गुरु नानक साहिब जी दे जीवन इतिहास नूं आपां समझ रहे हाँ। गुरु जी भाई मरदाना जी सहित पहली उदासी ते निकले होए ने ते वो ढाके पहुँच गए ने आसाम विच। उत्थे उन्हां ने एक बहुत वड्डी जादूगरनी जिसदा नाम नूर शाह है, उसनूं मिल के उसनूं सीधे रस्ते ते पाउणा है, क्योंकि उसने उस पूरे इलाके दे अंदर अपनी इस जादूगरी दी पूरी धांक मचाई हुई है। लोग उस तो परेशान ने। लोकां दियां वो परेशानियां गुरु नानक साहिब समझदे ने ते नूर शाह नूं ठीक रस्ता विखाउण लई उत्थे पहुंचे हुए ने। अज दी विचार प्रारंभ करिए। उस तो पहलां मैं आप जी नाल पिछली कथा विच जंतर मंतर अते तंत्र इन्हां बारे गल कर रहा सां ते आप जी नूं एक हवाला दिता सी प्रोफैसर साहब सिंह दी पुस्तक मेरी जीवनी विचों। उन्हां ने आखिया सी कि ये मंत्र जिहड़े हुंदे ने काम करदे ने। उन्हां ने गरुड़ मंत्र दी उदाहरण उहदे विच लई होई सी कि किसे मनुख नूं सप डंग जाए, उसदा जहर उहनूं चढ़ जाए ते जिहड़ा गरुड़ मंत्र हुंदा है, जिस किसे ने इसनूं सिद्ध कीता होवे ते इस मंत्र द्वारा सप दी जहर उतारी जा सकदी है। सो एक सवाल आया सी कि गुरबाणी भी इस दी प्रौढ़ता करदी है। गुरबाणी विच इस मंत्र बारे बहुत सोहना लिखिया होया है। इसनूं तुसीं प्रौढ़ता समझ लवो या इसनूं एक उदाहरण या प्रतीक समझ लवो। पंजवें पातशाह महाराज जी ने इस गरुड़ मंत्र का जिक्र करदिआं ये बचन लिखे ने, गरुड़ मुख नहीं सर्प त्रास, सूआ पिंजर नहीं खाए बिलास। जिस किसे मनुख नूं गरुड़ मंत्र दी सिद्धि होवे ते ओ आदमी गरुड़ दा मंत्र पढ़ रहा होवे ते उहनूं सप्पां दा डर नहीं रहिंदा। भाव सप डंग मार जाए उहदी जहर उस बंदे नूं नहीं चढ़ सकदी, नहीं असर कर सकदी। उदाहरण लईए जिवें पिंजरे दे अंदर तोता होवे ते उस नूं बिल्ले दा कोई डर नहीं हुंदा, क्योंकि वो पिंजरे दे विच है। इसे तरह जिस किसी व्यक्ति दे मुख विच गरुड़ मंत्र होवे उस नूं सप दा डर नहीं रहिंदा। एक बचन होर गुरु अर्जन देव महाराज जी ने वरत्या है। आप जी फरमाउंदे ने, दसन बिहून पुयंगम मंत्रं गारुड़ी निवारं। दसन बिहून दा मतलब है दंदां तो बिना, पुयंगम दा मतलब है सप। मंत्रं गारुड़ी निवारं, जिहड़ा गरुड़ मंत्र है
ਤੇ ਗਾਰੁੜੀ ਕਹਿੰਦੇ ਨੇ ਜਿਨਨੇ ਉਸ ਮੰਤਰ ਦੀ ਸਿੱਧੀ ਕਰ ਲਈ ਹੋਵੇ, ਉਸ ਨੂੰ ਗਾਰੁੜੀ ਆਖਦੇ ਨੇ। ਉਹ ਗਾਰੁੜੀ, ਉਹ ਜਿਸ ਨੇ ਗਰੁੜ ਮੰਤਰ ਦੀ ਸਿੱਧੀ ਕਰ ਲਈਏ, ਉਹ ਸੱਪ ਦੇ ਜ਼ਹਿਰ ਨੂੰ ਦੂਰ ਕਰ ਸਕਦਾ ਹੈ। ਉਹ ਇਸ ਮੰਤਰ ਰਾਹੀਂ ਸੱਪ ਨੂੰ ਦੰਦਾਂ ਤੋਂ ਵਿਹੂਣਾ ਯਾਨੀ ਦੰਦਾਂ ਤੋਂ ਬਿਨਾਂ ਕਰ ਸਕਦਾ ਹੈ। ਉਦਾਹਰਨ ਲਈਏ, ਵਿਆਧ ਉਪਾੜਨ ਸੰਤੰ, ਜਿਸ ਤਰ੍ਹਾਂ ਗਰੁੜ ਮੰਤਰ ਦੀ ਸਿੱਧੀ ਵਾਲਾ ਮਨੁੱਖ ਸੱਪ ਨੂੰ ਦੰਦਾਂ ਤੋਂ ਬਿਨਾਂ ਕਰ ਸਕਦਾ ਹੈ, ਸੱਪ ਦੇ ਜ਼ਹਿਰ ਨੂੰ ਮੰਤਰ ਦੁਆਰਾ ਉਤਾਰ ਸਕਦਾ ਹੈ, ਇਸੇ ਤਰ੍ਹਾਂ ਜਿਹੜੇ ਸੰਤ ਜਨ ਹੁੰਦੇ ਨੇ, ਉਹ ਜਿਹੜੀ ਸਾਡੇ ਅੰਦਰ ਪਾਪਾਂ ਵਿਕਾਰਾਂ ਦੀ ਜ਼ਹਿਰ ਚੜੀ ਹੁੰਦੀ ਏ, ਉਸ ਨੂੰ ਉਤਾਰ ਸਕਦੇ ਨੇ। ਲੇਕਿਨ ਨਾਨਕ ਲਬਧ ਕਰਮ ਨ ਹੈ। ਸੰਤਾਂ ਦੀ ਸੰਗਤ, ਮਹਾਂਪੁਰਸ਼ਾਂ ਦੀ ਸੰਗਤ, ਗੁਰੂਆਂ ਦੀ ਸੰਗਤ ਵੱਡਿਆਂ ਭਾਗਾਂ ਨਾਲ ਸਾਨੂੰ ਮਿਲਦੀ ਏ। ਸੋ ਇਹ ਦੋ ਬਚਨ ਮੈਂ ਲਏ ਸਨ ਇਸ ਗੱਲ ਨੂੰ ਥੋੜ੍ਹਾ ਸਪਸ਼ਟ ਕਰਨ ਵਾਸਤੇ ਕਿ ਇਹ ਜਿਹੜੇ ਜੰਤਰ, ਮੰਤਰ, ਤੰਤਰ, ਤਿੰਨ ਚੀਜ਼ਾਂ ਆਪਾਂ ਸਮਝੀਆਂ ਸਨ ਪਿਛਲੀ ਕਥਾ ਵਿੱਚ, ਇਹਨਾਂ ਦਾ ਅਸਰ ਹੁੰਦਾ ਹੈ। ਲੇਕਿਨ ਜਿਹੜੀ ਗੁਰਮਤਿ ਹੈ ਇਹ ਇਸ ਤੋਂ ਸਾਨੂੰ ਅੱਗੇ ਲਿਜਾਂਦੀ ਹੈ, ਇੱਥੇ ਰੋਕਣਾ ਨਹੀਂ ਚਾਹੁੰਦੀ ਤੇ ਇਹਨਾਂ ਰਿੱਧੀਆਂ ਸਿੱਧੀਆਂ ਵਿੱਚ ਪੈਣ ਦੇਣਾ ਵੀ ਨਹੀਂ ਚਾਹੁੰਦੀ। ਭਾਵੇਂ ਇਹਨਾਂ ਸਿੱਧੀਆਂ ਦੇ ਕਰਨ ਵਾਲੇ ਲੋਕ ਸੰਸਾਰ ਦੇ ਵਿੱਚ ਥੋੜ੍ਹੀ ਬਹੁਤ ਇੱਜ਼ਤ ਖੱਟ ਲੈਂਦੇ ਨੇ, ਲੇਕਿਨ ਵਾਹਿਗੁਰੂ ਜੀ ਦੇ ਦਰਬਾਰ ਵਿੱਚ ਉਹਨਾਂ ਨੂੰ ਇਹਨਾਂ ਸਿੱਧੀਆਂ ਦੇ ਕਾਰਨ ਕੋਈ ਇੱਜ਼ਤ ਮਾਨ ਨਹੀਂ ਮਿਲਦੀ, ਯਾਨੀ ਉਹਨਾਂ ਦੀ ਪਰਮਾਤਮਾ ਨਾਲ ਕੋਈ ਸਾਂਝ ਨਹੀਂ ਬਣਦੀ। ਪਰਮਾਤਮਾ ਨਾਲ ਸਾਂਝ ਬਣਾਉਣ ਲਈ ਸਾਨੂੰ ਇਹਨਾਂ ਰਿੱਧੀਆਂ ਸਿੱਧੀਆਂ ਤੋਂ ਅੱਗੇ ਜਾਣਾ ਹੁੰਦਾ। ਸੋ ਮੈਂ ਜਿਹੜੇ ਗੁਰੂ ਮਹਾਰਾਜ ਨੇ ਦੋ ਬਚਨ ਲਿਖੇ ਨੇ, ਮੈਂ ਆਪ ਜੀ ਨਾਲ ਸਾਂਝੇ ਕੀਤੇ ਨੇ, ਤੇ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕੋਈ ਗਰੁੜ ਮੰਤਰਾਂ ਦੀ ਸਿੱਧੀ ਕਰਨ ਤੁਰ ਪੈਣਾ। ਇਹਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਉਹ ਚੀਜ਼ਾਂ ਵੀ ਹਨ, ਜੇ ਉਹ ਚੀਜ਼ਾਂ ਹੁੰਦੀਆਂ ਹੀ ਨਾ ਤੇ ਗੁਰੂ ਜੀ ਕਦੇ ਵੀ ਉਹਨਾਂ ਦਾ ਜ਼ਿਕਰ ਗੁਰਬਾਣੀ ਵਿੱਚ ਨਾ ਕਰਦੇ। ਸੋ ਉਹ ਜਿਹੜੇ ਲੋਕ ਸਨ, ਜਿਹੜੇ ਨੂਰ ਸ਼ਾਹ ਦੀ ਆਪਾਂ ਗੱਲ ਕਰਦੇ ਸਾਂ, ਨੂਰ ਸ਼ਾਹ ਇੱਕ ਸੂਫੀ ਫਕੀਰ ਸੀ। ਉਹ ਪੂਰੇ ਹਿੰਦੁਸਤਾਨ ਵਿੱਚ ਹੀ ਨਹੀਂ ਸਗੋਂ ਅਫਗਾਨਿਸਤਾਨ ਤੱਕ ਘੁੰਮ ਫਿਰ ਕੇ ਆਇਆ ਸੀ ਕਿ ਮੈਂ ਆਹ ਸਿੱਧੀਆਂ ਕਰਨਾ ਚਾਹੁੰਦਾ, ਪਰ ਉਹ ਕਰ ਨਾ ਪਾਇਆ। ਉਸ ਨੂੰ ਕੋਈ ਕਾਬਿਲ ਗੁਰੂ ਨਾ ਮਿਲਿਆ ਇਹ ਕੰਮ ਕਰਾਉਣ ਵਾਲਾ। ਉਹ ਲੱਭਦਾ ਅਸਾਮ ਪਹੁੰਚਿਆ ਸੀ। ਆਪਾਂ ਗੱਲ ਕੀਤੀ ਸੀ ਉੱਥੇ ਇੱਕ ਨੀਲਗਿਰੀ ਨਾਂ ਦੀ ਨਦੀ ਵਗਦੀ ਏ, ਉਹਦੇ ਕਿਨਾਰੇ ਤੇ ਜੰਗਲਾਂ ਦੇ ਵਿੱਚ ਇੱਕ ਟੋਡੀ ਕਬੀਲਾ ਰਹਿੰਦਾ ਹੈ। ਉਹ ਟੋਡੀਆਂ ਦਾ ਕਬੀਲਾ ਜਿਹੜਾ ਹੈ, ਉਹਨਾਂ ਕੋਲ ਸਾਰੀਆਂ ਰਿੱਧੀਆਂ ਸਿੱਧੀਆਂ ਨੇ। ਉਹ ਜੰਤਰ ਮੰਤਰ ਤੰਤਰ ਦੇ ਬੜੇ ਹੀ ਉਪਾਸ਼ਕ ਨੇ ਅਤੇ ਇਹ ਕੰਮ ਕਰਕੇ ਉਹਨਾਂ ਨੇ ਲੋਕਾਂ ਵਿੱਚ ਆਪਣੀ ਭੱਲ ਬਣਾਈ ਹੋਈ ਏ। ਇਹ ਨੂਰ ਸ਼ਾਹ ਜਿਹੜਾ ਸੂਫੀ ਫਕੀਰ ਏ, ਇਹ ਉਸ ਜਗ੍ਹਾ ਤੇ ਪਹੁੰਚਿਆ ਤੇ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਮੈਂ ਆ ਸਿੱਧੀਆਂ ਹਾਸਲ ਕਰਨਾ ਚਾਹੁੰਦਾ। ਕੁਝ ਸਮਾਂ ਰਹਿ ਕੇ ਇਹਨੇ ਉੱਥੇ ਸਿੱਧੀਆਂ ਹਾਸਲ ਕੀਤੀਆਂ ਤੇ ਫਿਰ ਇਹ ਆਪਣਾ ਸੰਸਾਰ ਵਿੱਚ ਵਿਚਰਨ ਲੱਗਾ। ਹੁਣ ਢਾਕੇ ਸ਼ਹਿਰ ਦੇ ਬਿਲਕੁਲ ਨੇੜੇ ਉਸ ਵਕਤ ਭਾਈ ਵੀਰ ਸਿੰਘ ਨੇ ਲਿਖਿਆ 3-4 ਮੀਲਾਂ ਦੀ ਵਿੱਥ ਤੇ ਇਹ ਇੱਕ ਪਿੰਡ ਹੈ ਜਿੱਥੇ ਇਹ ਨੂਰ ਸ਼ਾਹ ਜਾਦੂਗਰਨੀ ਰਹਿੰਦੀ ਹੈ। ਇਹ ਜਿਹੜੀ ਨੂਰ ਸ਼ਾਹ ਹੈ, ਇਹਦਾ ਪਹਿਲਾ ਨਾਮ ਹੈ ਪਾਰਬਤੀ। ਇਸ ਪਾਰਬਤੀ ਦਾ ਪਿਓ ਹੈ ਨਰਿੰਦਰ ਨਾਥ। ਨਰਿੰਦਰ ਨਾਥ ਇੱਕ ਜ਼ਿਮੀਂਦਾਰ ਹੈ ਉਸ ਪਿੰਡ ਦਾ, ਚੰਗਾ ਸਰਦਾ ਪੁੱਜਦਾ। ਉਹ ਆਏ ਗਏ ਸਾਧੂਆਂ ਸੰਤਾਂ ਦੀ ਹਰ ਵਕਤ ਬਹੁਤ ਸੇਵਾ ਕਰਦਾ ਹੈ। ਇਹ ਜਿਹੜਾ ਨੂਰ ਸ਼ਾਹ ਫਕੀਰ ਹੈ, ਜਿਸ ਨੇ ਰਿੱਧੀਆਂ ਸਿੱਧੀਆਂ ਜੰਤਰ ਮੰਤਰ ਸਿੱਖੇ ਨੇ, ਇਹ ਉਸ ਪਿੰਡ ਵਿੱਚ ਆਇਆ।
ਤੇ ਜਦੋਂ ਹੀ ਨਰਿੰਦਰ ਨਾਥ ਜ਼ਿਮੀਂਦਾਰ ਨੂੰ ਪਤਾ ਲੱਗਾ, ਉਸ ਨੇ ਇਸ ਨੂੰ ਸਾਧੂ ਜਾਣ ਕੇ ਆਪਣੇ ਘਰੇ ਬੁਲਾਇਆ, ਲੰਗਰ ਪਾਣੀ ਨਾਲ ਸੇਵਾ ਕੀਤੀ ਤੇ ਇਹਦੀਆਂ ਗੱਲਾਂ ਬਾਤਾਂ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ। ਕੁਛ ਦਿਨ ਨੂਰ ਸ਼ਾਹ ਫਕੀਰ ਉਹਦੇ ਘਰੇ ਠਹਿਰਿਆ। ਉਸ ਨਰਿੰਦਰ ਨਾਥ ਦੀ ਬੇਟੀ ਹੈ ਪਾਰਬਤੀ। ਇਹ ਅਜੇ ਛੋਟੀ ਉਮਰ ਵਿੱਚ ਕੋਈ 10-12 ਸਾਲਾਂ ਦੀ। ਇਹਦੇ ਹੱਥ ਦੇ ਉੱਤੇ ਇੱਕ ਫਿਨਸੀ ਨਿਕਲੀ, ਜਿਸ ਨੂੰ ਆਪਾਂ ਫੋੜਾ ਆਖਦੇ ਹਾਂ, ਤੇ ਪੁਰਾਣੇ ਜਿਹੜੇ ਆਪਣੇ ਬਜ਼ੁਰਗ ਨੇ ਉਹ ਇਸ ਨੂੰ ਚੰਦਰਾ ਵੀ ਆਖਦੇ ਸਨ। ਉਹ ਚੰਦਰਾ ਇਸ ਦੀ ਉਂਗਲੀ ਤੇ ਨਿਕਲਿਆ ਤੇ ਉਦੋਂ ਇਸ ਤਰ੍ਹਾਂ ਦੇ ਇਲਾਜ ਨਹੀਂ ਸਨ ਹੁੰਦੇ ਜਿਹੋ ਜਿਹੇ ਅੱਜ ਨੇ। ਪਿੰਡਾਂ ਵਿੱਚ ਕੁਝ ਸਿਆਣੇ ਲੋਕ ਹੁੰਦੇ ਤੇ ਭਾਈ ਵੀਰ ਸਿੰਘ ਨੇ ਲਿਖਿਆ ਕਿ ਇੱਕ ਨਾਈ ਨੂੰ ਬੁਲਾਇਆ ਗਿਆ। ਇਹ ਜਿਹੜਾ ਚੰਦਰਾ, ਇਹਦੇ ਵਿੱਚ ਪਾਣੀ ਭਰ ਗਿਆ, ਜਿਸ ਨੂੰ ਆਪਾਂ ਰੇਸ਼ਾ ਆਦਿਕ ਆਖ ਲੈਂਦੇ ਆ। ਉਸ ਨੂੰ ਕੱਢਣ ਵਾਸਤੇ ਕਿ ਨਾਈ ਕੋਲ ਉਹ ਤੇਜ਼ ਧਾਰ ਹਥਿਆਰ ਹੁੰਦੇ ਨੇ, ਉਹ ਚੀਰਾ ਦੇ ਕੇ ਤੇ ਇਹਦਾ ਪਾਣੀ ਵਿੱਚੋਂ ਕੱਢ ਦੇਵੇ ਤਾਂ ਕਿ ਇਸ ਬੱਚੀ ਨੂੰ ਰਾਹਤ ਮਿਲੇ। ਇਹ ਰਾਤ ਸੌਂ ਨਹੀਂ ਸਕਦੀ। ਜਦੋਂ ਨਾਈ ਨੂੰ ਬੁਲਾਇਆ ਗਿਆ ਤੇ ਪਾਰਬਤੀ ਨੇ ਉਹ ਚੀਰਾ ਦਿਵਾਉਣ ਤੋਂ ਇਨਕਾਰ ਕਰ ਦਿੱਤਾ ਕਿ ਮੈਨੂੰ ਡਰ ਆਉਂਦਾ, ਮੈਂ ਨਹੀਂ ਇਹ ਕੰਮ ਕਰਨਾ। ਇਸ ਗੱਲ ਦਾ ਪਤਾ ਇਸ ਨੂਰ ਸ਼ਾਹ ਫਕੀਰ ਨੂੰ ਲੱਗਿਆ। ਨੂਰ ਸ਼ਾਹ ਫਕੀਰ ਇਹਨਾਂ ਦੇ ਘਰ ਆਇਆ ਤੇ ਇਹਨੇ ਨਰਿੰਦਰ ਨਾਥ ਦੇ ਨਾਲ ਗੱਲ ਕੀਤੀ ਕਿ ਮੈਂ ਇਸ ਦਾ ਇਲਾਜ ਕਰ ਸਕਦਾ। ਜੇ ਬੱਚੀ ਤੁਸੀਂ ਮੈਨੂੰ ਦੇ ਦਿਓ, ਮੇਰੇ ਕੋਲ ਥੋੜਾ ਸਮਾਂ ਇਹ ਰੁਕੇ ਤੇ ਮੈਂ ਇਸ ਦਾ ਇਲਾਜ ਠੀਕ ਢੰਗ ਨਾਲ ਕਰ ਪਾਵਾਂਗਾ। ਤੁਸੀਂ ਨਾਈ ਨੂੰ ਬੁਲਾ ਲੈਣਾ ਤੇ ਉਸ ਨੂੰ ਆਖਣਾ ਕਿ ਉਹ ਪਰਦੇ ਵਿੱਚ ਰਵੇ, ਇਸ ਬੱਚੀ ਦੇ ਸਾਹਮਣੇ ਪਹਿਲਾਂ ਨਾ ਆਵੇ ਜਿੰਨਾ ਚਿਰ ਮੈਂ ਨਾ ਆਖਾਂ। ਤੇ ਉਹਨੇ ਆਖਿਆ ਤੇਰੇ ਕੋਲ ਕੀ ਇਲਾਜ ਏ? ਉਹਨੇ ਆਖਿਆ ਮੇਰੇ ਕੋਲ ਤਰਾਟਕ ਵਿਧੀ ਦੀ ਮੈਂ ਸਿੱਧੀ ਕੀਤੀ ਹੋਈ ਏ ਤੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਮੈਂ ਥੋੜਾ ਤੁਹਾਨੂੰ ਤਰਾਟਕ ਬਾਰੇ ਦੱਸਣਾ ਚਾਹਾਂਗਾ। ਜਿਵੇਂ ਮੈਂ ਜੰਤਰਾਂ ਮੰਤਰਾਂ ਬਾਰੇ ਦੱਸਿਆ ਤੇ ਇਹ ਵੀ ਨਾਲ ਬੇਨਤੀ ਕੀਤੀ ਕਿ ਗੁਰਮਤ ਇਹਨਾਂ ਨਾਲ ਕੋਈ ਆਪਣਾ ਸੰਬੰਧ ਨਹੀਂ ਰੱਖਦੀ, ਲੇਕਿਨ ਇਹ ਚੀਜ਼ਾਂ ਹਨ। ਤਰਾਟਕ ਨਾਂ ਦੀ ਚੀਜ਼ ਬੜੀ, ਜਿਹੜੇ ਮੈਡੀਟੇਸ਼ਨ ਕਰਦੇ ਨੇ, ਧਿਆਨ ਇਕਾਗਰ ਕਰਦੇ ਨੇ, ਉਹਨਾਂ ਵਾਸਤੇ ਬਹੁਤ ਚੰਗੀ ਵਿਧੀ ਹੈ, ਮਾੜੀ ਨਹੀਂ। ਪਰ ਕਿਸੇ ਚੀਜ਼ ਦੀ ਵਰਤੋਂ ਅਸੀਂ ਕਿਵੇਂ ਕਰਦੇ ਹਾਂ, ਵੇਖਣ ਵਾਲੀ ਗੱਲ ਉਹ ਹੁੰਦੀ ਏ। ਜਿਸ ਤਰ੍ਹਾਂ ਸਾਡੇ ਕੋਲ ਆ ਇੰਟਰਨੈਟ ਹੈਗਾ ਏ, ਇਹਦੀਆਂ ਕਿੰਨੀਆਂ ਸਹੂਲਤਾਂ ਨੇ ਸਾਡੇ ਕੋਲ। ਅਸੀਂ ਇਸ ਦੀ ਰਾਹੀਂ 1 ਸੈਕਿੰਡ ਤੋਂ ਪਹਿਲਾਂ ਦੁਨੀਆ ਦੇ ਕਿਸੇ ਕੋਨੇ ਵਿੱਚ ਕਿਸੇ ਵਿਅਕਤੀ ਨਾਲ ਗੱਲ ਕਰ ਸਕਦੇ ਹਾਂ, ਵੀਡੀਓ ਕਾਲ ਕਰ ਸਕਦੇ ਹਾਂ, ਹਰ ਚੀਜ਼ ਇੱਕ ਦੂਜੇ ਨਾਲ ਲੈ ਦੇ ਸਕਦੇ ਹਾਂ। ਪਰ ਕਈ ਲੋਕ ਇਸ ਦੀ ਵਰਤੋਂ ਗਲਤ ਵੀ ਤਾਂ ਕਰਦੇ ਹੀ ਨੇ, ਤੇ ਉਹ ਫਿਰ ਇਹਦਾ, ਇਸ ਸੁਵਿਧਾ ਦਾ ਕਸੂਰ ਨਹੀਂ, ਉਹ ਕਸੂਰ ਇਸ ਦੀ ਗਲਤ ਵਰਤੋਂ ਕਰਨ ਵਾਲਿਆਂ ਦਾ ਹੋ ਸਕਦਾ ਹੈ। ਇਸੇ ਤਰ੍ਹਾਂ ਜਿਹੜੀਆਂ ਇਹ ਚੀਜ਼ਾਂ ਨੇ ਤਰਾਟਕ ਆਦਿਕ, ਇਹ ਬੜੀਆਂ ਲਾਹੇਵੰਦ ਚੀਜ਼ਾਂ ਨੇ, ਪਰ ਅੱਗੋਂ ਵੇਖਣਾ ਹੈ ਕਿ ਇਹਨਾਂ ਦੀ ਵਰਤੋਂ ਕੋਈ ਕਿਵੇਂ ਕਰਦਾ ਹੈ। ਤਰਾਟਕ ਹੁੰਦਾ ਹੈ ਕਿਸੇ ਇੱਕ ਜਗ੍ਹਾ ਤੇ ਟਿਕ ਟਿਕੀ ਲਗਾ ਕੇ ਲਗਾਤਾਰ ਵੇਖਦੇ ਰਹਿਣਾ, ਆਪਣੀਆਂ ਅੱਖਾਂ ਪਲਕਾਂ ਨਾ ਝਮਕਣੀਆਂ ਤੇ ਪੂਰੀ ਨਿਗਾਹ ਟਿਕਾ ਕੇ ਉਸ ਇੱਕ ਬਿੰਦੂ ਉੱਤੇ ਵੇਖਦੇ ਹੀ ਰਹਿਣਾ, ਜਿੰਨਾ ਚਿਰ ਅੱਖਾਂ ਵਿੱਚੋਂ ਪਾਣੀ ਬਹਿਣਾ ਨਾ ਸ਼ੁਰੂ ਹੋ ਜਾਏ। ਇਹਨੂੰ 3 ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਇੱਕ, ਰਾਤ ਦੇ ਹਨੇਰੇ ਵਿੱਚ ਆਪਣੇ ਕਮਰੇ ਵਿੱਚ ਛੋਟਾ ਜਿਹਾ ਘਿਓ ਦਾ ਦੀਵਾ ਬਾਲ ਕੇ ਉਹਦੇ ਉੱਤੇ ਆਪਣੀ ਨਿਗਾਹ ਟਿਕਾਈ ਜਾਂਦੀ ਏ, ਜਾਂ ਫਿਰ ਆਪਣੇ ਸਾਹਮਣੇ ਦੀਵਾਰ ਦੇ ਉੱਤੇ ਇੱਕ ਛੋਟਾ ਜਿਹਾ ਕਾਲੇ ਰੰਗ ਦਾ ਬਿੰਦੂ ਬਣਾ ਕੇ ਉਹਦੇ ਉੱਤੇ ਨਿਗਾਹ ਟਿਕਾਈ ਜਾਂਦੀ ਹੈ, ਜਾਂ ਫਿਰ ਕਿਸੇ ਸਾਧੂ ਸੰਤ, ਕਿਸੇ ਗੁਰੂ, ਕਿਸੇ ਮਹਾਂਪੁਰਸ਼ ਦੀ ਤਸਵੀਰ ਉੱਤੇ ਨਿਗਾਹ ਟਿਕਾਈ ਜਾਂਦੀ ਹੈ। ਇਸ ਨੂੰ ਤਰਾਟਕ ਕਰਨਾ ਬੋਲਦੇ। ਇਹਦੇ ਬਾਰੇ ਜੇ ਤੁਸੀਂ ਕਿਤਾਬ ਪੜ੍ਹੀ ਹੋਵੇ, ਬੰਦਗੀ ਨਾਮਾ ਰਘਬੀਰ ਸਿੰਘ ਬੀਰ ਦੀ, ਉਹਨਾਂ ਨੇ ਆਪਣੀ ਹੱਡ ਬੀਤੀ ਲਿਖੀ ਹੋਈ ਹੈ, ਕਿਸੇ ਦੀ ਗੱਲ ਸੁਣੀ ਸੁਣਾਈ ਨਹੀਂ।
मैं तो गल तुहाडे नाल पढ़ के कर रहा हाँ, लेकिन वो किसी दी पढ़ के नहीं गल कर रहे। वो कहते ने मैं एक तजर्बा करके वेख्या। वो कहते ने मैं गुरु नानक साहब की तस्वीर अपने सामने रखदा सां। उस तस्वीर उत्ते मैं त्राटक की सिद्धि करनी चाही, भाव उहदे ते ध्यान टिकाउणा चाहिया। ते कुछ समय विच मेरा ध्यान उस तस्वीर उत्ते टिकन लग पिया। हौली हौली कुछ समय बाद मैनूं इउं लग्या करे कि जिवें ये तस्वीर नहीं सगों गुरु नानक साहब मेरे सामने बैठे ने हिल जुल रहे ने। हौली हौली वो तस्वीर मेरे ख्यालों विच उतर गई, हौली हौली मेरे हिरदे विच उतर गई। ते फिर तो लिखते ने मैं किते भी हुंदा कोई तस्वीर मेरे सामने ना हुंदी, लेकिन मैं अपनी अखां बंद करदा ते मैं अपने अंदर ही अपने गुरु नानक साहब दे दर्शन कर लिया करदा। मैनू बड़ी खुशी हुई कि मैं सिद्धि हासिल कर लईए। गुरु नानक साहब हुण 24 घंटे मेरे नाल रहिंदे ने। लेकिन वो कहंदे मैं एक महापुरुषां नूं मिलिया ते मैं अपने बचन उन्हां नूं दस्से ते उन्हां ने आख्या कि गुरमत इस चीज़ की मनाही कर दी है। उन्होंने मैनू गुरमत के अनुसार कुछ बचन समझाए तो आख्या तू इत्थे नहीं रुकना, आपां इस तो अगे जाना है। तो ये तस्वीर हुण तेनू छेती नाल छड्डेगी नहीं, तेनू अगे नहीं वधन देवेगी। वो कहंदा मैं बहुत यत्न करदा सां कि तस्वीर हुण मेरे ख्यालां च ना आवे ते मैं वाहिगुरू शब्द का ध्यान करके वाहिगुरू तक पहुँचना है। लेकिन जिवें मैं अखां बंद करदा मेरा ध्यान उस तस्वीर ते टिक जांदा। उन्हां दे दस्सण मुताबक जिन्ना चिर मैं ये सिद्धि कीती कि तस्वीर दे उत्ते मेरा ध्यान टिकन लग पिया, उस तो वध समा मैनू लगा उस तस्वीर नूं अपने हिरदे विचों अंदरों कड्ढण दा। सो मैं बेनती तुहानूं कर रहा कि ये रिद्धियां सिद्धियां हुंदियां हन, पर सब मोह है, नाम ना वसै मन आए। इन्हां करके अंदर नाम नहीं वसदा। ये जिहड़ी त्राटक सिद्धि है, इनू अजकल की भाषा विच हिपनोटिज्म आखदे ने। ते जिस बंदे नू हिपनोटाइज कर लिया जांदा है त्राटक विधि दे नाल, वो डिक्शनरी विच बचन लिखे हुए तुसीं वेख सकदे हो। किसी व्यक्ति नू सम्मोहन करना, उस दी मनो अते शरीरक जिहड़ी गतिविधियां हन उन्हां दा किसी होर व्यक्ति द्वारा नियंत्रित किया जाना, इस नू सम्मोहन आखदे ने। जिस बंदे नू ये सम्मोहन विधि आउंदी होवे, यानी जिन्हें त्राटक दी सिद्धि कीती होवे, वो मनुख किसी दूसरे व्यक्ति दे मन उत्ते दिमाग उत्ते अपना काबू पा सकदा है। फिर वो जो आखेगा वो व्यक्ति जिहड़ा सम्मोहित हो चुका है वो ओहो ही बचन बोलेगा, दूजा कोई बचन नहीं बोल सकता। एक तरह नाल ये उसनूं बेहोशी वाली अवस्था विच ये विधि लै जांदी है। वो जिहड़ा सी साधु नूर शाह, वो असल विच ये त्राटक विधि जाणदा सी ते वो किसे नूं भी सम्मोहित कर सकदा सी। उसने आखिया कि मैं इस बच्ची नूं सम्मोहन अवस्था विच लै जावांगा ते फिर तुसीं नाई नूं आखना इहदी उंगली ते चीरा दे देवे, इहदा वो जिहड़ा रोग है फिणसी निकली वो खत्म हो जाएगी, इहनूं राहत मिलेगी। वो साधु घर विच आया, उहदे सामने उस बच्ची नूं बिठाया गया कि उस बच्ची नूं उस साधु ने आख्या कि तू मेरे मत्थे वल निगाह रखनी है। वेख मेरे मत्थे वल, मेरे मत्थे ते प्रकाश आ गया है। भावें प्रकाश नहीं भी आया पर वो मत्थे वल वेख रही है तो वो अपनी निगाह ओदी निगाह विच टिका के बैठी हुई है। उन्हें 2-4 बचन होर आखे, उन्हां विचों एक ये बचन सी कि वेख मेरे मत्थे उत्ते 5 बोदियां वाला तारा निकल आया।
ਇਹੋ ਜਿਹੇ ਬਚਨ ਆਖ ਕੇ ਉਹਨੂੰ ਇਸ ਭੁਲੇਖੇ ਵਿੱਚ ਪਾਇਆ, ਉਹਦੀ ਨਿਗਾਹ ਵਿੱਚ ਨਿਗਾਹ ਪਾ ਕੇ 1-2 ਮਿੰਟ ਦੇ ਵਿੱਚ ਉਹਨੂੰ ਬੇਹੋਸ਼ੀ ਵਾਲੀ ਅਵਸਥਾ ਵਿੱਚ ਉਸਨੇ ਪਹੁੰਚਾ ਦਿੱਤਾ। ਜਦੋਂ ਉਸ ਬੇਹੋਸ਼ੀ ਵਾਲੀ ਅਵਸਥਾ ਵਿੱਚ ਪਹੁੰਚ ਗਈ ਤਾਂ ਨਾਈ ਨੂੰ ਬੁਲਾਇਆ ਗਿਆ ਤੇ ਉਹਨੂੰ ਆਖਿਆ, ਇਹਨੂੰ ਹੁਣ ਚੀਰਾ ਦੇ ਕੇ ਇਹਦਾ ਉਹ ਪਾਣੀ ਰੇਸ਼ਾ ਕੱਢ ਦੇ, ਇਹਨੂੰ ਰਾਹਤ ਮਿਲੇਗੀ, ਇਹ ਸ਼ਾਂਤੀ ਨਾਲ ਸੌਂ ਜਾਏਗੀ। ਨਾਈ ਆਇਆ, ਉਸਨੇ ਉਹ ਚੀਰਾ ਦਿੱਤਾ ਤੇ ਉਹ ਸਭ ਠੀਕ ਹੋ ਗਿਆ। ਉਸ ਬੱਚੀ ਨੂੰ ਪਤਾ ਵੀ ਨਹੀਂ ਲੱਗਾ। ਕਾਫੀ ਲੰਮੇ ਸਮੇਂ ਬਾਅਦ ਜਦੋਂ ਉਹ ਹੋਸ਼ ਵਿੱਚ ਆਈ ਤੇ ਉਹ ਠੀਕ ਠਾਕ ਸੀ, ਉਹਨੂੰ ਕੁਝ ਵੀ ਕੋਈ ਤਕਲੀਫ ਨਹੀਂ ਸੀ ਹੋ ਰਹੀ। ਇਹ ਜਿਹੜਾ ਉਸਨੇ ਘਟਨਾਕ੍ਰਮ ਕੀਤਾ, ਇਹਦੇ ਤੋਂ ਉਸ ਬੱਚੀ ਪਾਰਬਤੀ ਦਾ ਪਿਤਾ ਜਿਹੜਾ ਨਰਿੰਦਰ ਨਾਥ ਹੈ, ਉਹ ਬੜਾ ਪ੍ਰਭਾਵਿਤ ਹੋਇਆ। ਪਹਿਲਾਂ ਹੀ ਉਹ ਸ਼ਰਧਾ ਰੱਖਦਾ ਸੀ ਸਾਧੂਆਂ ਮਹਾਂਪੁਰਸ਼ਾਂ ਤੇ ਉਹਦੀ ਸ਼ਰਧਾ ਵਿੱਚ ਹੋਰ ਵਾਧਾ ਹੋਇਆ। ਉਸਨੇ ਉਸ ਸਾਧੂ ਨੂੰ ਆਪਣੇ ਪਿੰਡ ਵਿੱਚ ਰਹਿਣ ਦੀ ਪ੍ਰੇਰਨਾ ਦਿੱਤੀ। ਉੱਥੇ ਉਹ ਰਹਿਣ ਲੱਗ ਪਿਆ। ਕੁਝ ਸਮੇਂ ਬਾਅਦ, ਕੁਝ ਸਾਲਾਂ ਬਾਅਦ ਆਖ ਲਈਏ, ਉਹਨੇ ਉੱਥੋਂ ਜਾਣ ਦੀ ਤਿਆਰੀ ਕੀਤੀ ਤੇ ਉਹ ਆਖਣ ਲੱਗਾ, ਨਰਿੰਦਰ ਨਾਥ, ਤੂੰ ਮੇਰੀ ਬੜੀ ਸੇਵਾ ਕੀਤੀ ਹੈ ਤੇ ਮੈਂ ਚਾਹੁੰਦਾ ਆ ਜਿਹੜੀ ਵਿਧੀ ਮੇਰੇ ਕੋਲੇ ਮੈਂ ਤੈਨੂੰ ਸਿਖਾ ਜਾਵਾਂ। ਉਹਨੇ ਆਖਿਆ, ਠੀਕ ਹੈ। ਇਹ ਵਿਧੀ ਤਰਾਟਕ ਵਾਲੀ, ਜੰਤਰਾਂ ਮੰਤਰਾਂ ਤੰਤਰਾਂ ਵਾਲੀ, ਇਹ ਉਸਨੇ ਨੂਰ ਸ਼ਾਹ ਨੇ ਜ਼ਿਮੀਂਦਾਰ ਨਰਿੰਦਰ ਨਾਥ ਨੂੰ ਸਿਖਾਈ। ਨਰਿੰਦਰ ਨਾਥ ਜਦੋਂ ਵਡੇਰੀ ਉਮਰ ਵਿੱਚ ਚਲਾ ਗਿਆ, ਉਹਦੀ ਬੱਚੀ ਪਾਰਬਤੀ ਜਵਾਨ ਹੋਈ। ਉਹ ਬੜੀ ਸਰੀਰ ਕਰਕੇ ਬੜੀ ਡੀਲ ਡੋਲ ਵਾਲੀ ਤਕੜੀ ਸੀ, ਆਮ ਔਰਤਾਂ ਨਾਲੋਂ ਵੱਡਾ ਕੱਦ ਸੀ ਤੇ ਬੜੀ ਮਜ਼ਬੂਤ ਸੀ, ਇਰਾਦੇ ਦੀ ਬੜੀ ਪੱਕੀ ਸੀ। ਇਹਦਾ ਪਿਤਾ ਆਖਣ ਲੱਗਾ ਕਿ ਮੈਂ ਪਤਾ ਨਹੀਂ ਕਿੰਨਾ ਚਿਰ ਹੈ ਇਸ ਦੁਨੀਆ ਵਿੱਚ ਤੇ ਮੈਂ ਚਾਹੁੰਦਾ ਇਹ ਵਿਦਿਆ ਤੂੰ ਸਿੱਖ ਲਵੇਂ। ਉਹ ਪਾਰਬਤੀ ਸਹਿਮਤ ਹੋ ਗਈ ਕਿ ਠੀਕ ਹੈ, ਮੈਂ ਸਿੱਖ ਲਵਾਂਗੀ। ਉਹ ਨਰਿੰਦਰ ਨਾਥ ਨੇ ਉਹ ਵਿਦਿਆ ਆਪਣੀ ਬੱਚੀ ਪਾਰਬਤੀ ਨੂੰ ਸਿਖਾਈ। ਹੁਣ ਜਿਹੜੀ ਬੇਟੀ ਪਾਰਬਤੀ ਏ, ਉਹ ਜਦੋਂ ਇਸ ਵਿਦਿਆ ਨੂੰ ਹਾਸਲ ਕਰਕੇ ਉਸਨੇ ਆਪਣੇ ਕਰਤੱਵ ਲੋਕਾਂ ਨੂੰ ਵਿਖਾਣੇ ਸ਼ੁਰੂ ਕੀਤੇ ਤੇ ਬਹੁਤ ਸਾਰੇ ਭੋਲੇ ਭਾਲੇ ਲੋਕ ਉਹਦੇ ਚੁੰਗਲ ਵਿੱਚ ਫਸਣ ਲੱਗੇ। ਇੱਕ ਤੇ ਉਹ ਜਵਾਨ ਔਰਤ ਤੇ ਦੂਸਰਾ ਉਹਦਾ ਕੱਦ ਕਾਠ ਬੜਾ ਚੰਗਾ ਹੈ, ਬੜਾ ਸੁੰਦਰ ਸਰੂਪ ਵਾਲੀ ਏ। ਦੂਰੋਂ ਦੂਰੋਂ ਸਾਧੂ ਸੰਤਾਂ ਨੂੰ ਮਿਲਣ ਆਉਣ ਲੱਗੇ ਤੇ ਉਹ ਆਏ ਗਏ ਸਾਧੂਆਂ ਸੰਤਾਂ ਨੂੰ ਆਪਣੇ ਤਰਾਟਕ ਦੁਆਰਾ ਵਸ ਵਿੱਚ ਕਰ ਲਿਆ ਕਰਦੀ ਸੀ। ਫਿਰ ਉਹ ਸਾਧੂ ਸੰਤ ਉਹਦੇ ਚੇਲੇ ਬਾਲ ਕੇ ਬਣ ਕੇ ਰਹਿ ਜਾਂਦੇ ਸਨ। ਇਸ ਤਰ੍ਹਾਂ ਉਹਨੇ ਬਹੁਤ ਸਾਰੇ ਲੋਕਾਂ ਨੂੰ, ਸਾਧੂਆਂ ਸੰਤਾਂ ਨੂੰ ਆਪਣੇ ਚੇਲੇ ਬਾਲ ਕੇ ਬਣਾਇਆ ਹੋਇਆ ਸੀ। ਉਹ ਇਸ ਪੂਰੇ ਇਲਾਕੇ ਦੇ ਲੋਕਾਂ ਵਿੱਚ ਛਾਈ ਹੋਈ ਸੀ। ਉਹਦੇ ਨਾਂ ਤੋਂ ਲੋਕ ਕੰਬਦੇ ਸਨ। ਉਹ ਲੋਕਾਂ ਨੂੰ ਟੂਣੇ ਆਦਿ ਕਰਦੀ, ਕਿਸੇ ਨੂੰ ਜੰਤਰ ਮੰਤਰ ਦੇ ਕੇ ਕਿਸੇ ਦਾ ਭਲਾ ਕਰਾਉਂਦੀ, ਕਿਸੇ ਦਾ ਬੁਰਾ ਕਰਾਉਂਦੀ। ਇਹੋ ਜਿਹਾ ਕੰਮ ਉਹ ਹਮੇਸ਼ਾ ਕਰਦੀ ਰਹਿੰਦੀ ਸੀ, ਜਿਸ ਤੋਂ ਲੋਕ ਬੜੇ ਪਰੇਸ਼ਾਨ ਸਨ। ਸੋ ਇਹ ਜਿਹੜਾ ਇਤਿਹਾਸ ਛੋਟਾ ਜਿਹਾ ਮੈਂ ਤੁਹਾਨੂੰ ਇਹਦੀ ਘਟਨਾ ਸੁਣਾਈ ਏ ਨੂਰ ਸ਼ਾਹ ਦੀ, ਇਸ ਤਰ੍ਹਾਂ ਇਹ ਪਾਰਬਤੀ ਨੂਰ ਸ਼ਾਹ ਦਾ ਰੂਪ ਧਾਰਨ ਕਰ ਗਈ ਏ। ਨੂਰ ਸ਼ਾਹ ਇੱਕ ਸੂਫੀ ਫਕੀਰ ਏ। ਉਸ ਨੂਰ ਸ਼ਾਹ ਦੀ ਮਾਨੋ ਗੱਦੀ ਇਸ ਦੇ ਪਿਤਾ ਨੂੰ ਮਿਲੀ ਏ। ਉਹਨੂੰ ਵੀ ਲੋਕੀ ਨੂਰ ਸ਼ਾਹ ਆਖਣ ਲੱਗ ਪਏ ਸਨ। ਫਿਰ ਜਦੋਂ ਉਸ ਦੀ ਗੱਦੀ ਤੇ ਉਸ ਦੀ ਗੱਦੀ ਨੂੰ ਪਾਰਬਤੀ ਨੇ ਸੰਭਾਲਿਆ ਤੇ ਲੋਕ ਉਸ ਨੂੰ ਵੀ ਨੂਰ ਸ਼ਾਹ ਆਖਣ ਲੱਗ ਪਏ। ਸੋ ਹੁਣ ਅਸੀਂ ਸਮਝਦੇ ਹਾਂ ਕਿ ਇਸ ਨੂਰ ਸ਼ਾਹ ਦੇ ਘਰ ਭਾਈ ਮਰਦਾਨਾ ਜੀ ਅੱਜ ਗਏ ਨੇ। ਭਾਈ ਮਰਦਾਨਾ ਜੀ ਜਦੋਂ ਉਸ ਮਹਿਲ ਵਿੱਚ ਗਏ ਤੇ ਪਹਿਲਾਂ ਇਹਨੇ ਜਿਹੜੇ ਆਪਣੇ ਬਹੁਤ ਸਾਰੇ ਚੇਲੇ ਬਾਲ ਕੇ ਬਣਾਏ ਹੋਏ ਸਨ, ਉਹਨਾਂ ਵਿੱਚੋਂ ਕਿਸੇ ਨੂੰ ਭੇਜਿਆ ਕਿ ਇਹ ਆਦਮੀ ਬੜੇ ਸੁੰਦਰ ਸਰੂਪ ਵਾਲਾ, ਯਾਨੀ ਇਹਦੇ ਚਿਹਰੇ ਉੱਤੇ ਬੜਾ ਸੋਹਣਾ ਜਲਾਲ ਏ ਤੇ ਲੱਗਦਾ ਹੈ ਕੋਈ ਚੰਗਾ ਸਾਧੂ ਏ, ਤੇ ਇਸ ਨੂੰ ਤੁਸੀਂ ਆਪਣੇ ਵੱਸ ਵਿੱਚ ਕਰੋ। ਇਹ ਹੁਣ ਇੱਥੋਂ ਜਾਣਾ ਨਹੀਂ ਚਾਹੀਦਾ। ਭਾਈ ਮਰਦਾਨਾ ਜੀ ਜਦੋਂ ਉਸ ਮਹਿਲ ਵਿੱਚ ਚਲੇ ਗਏ ਤੇ ਉੱਥੋਂ ਇੱਕ ਨੌਜਵਾਨ ਲੜਕੀ ਆਈ। ਉਸਨੇ ਇਸ ਨੂੰ ਬੜੀ ਇੱਜ਼ਤ ਮਾਣ ਦਿੱਤਾ, ਬਹਿਣ ਲਈ ਜਗ੍ਹਾ ਦਿੱਤੀ, ਖਾਣ ਲਈ ਭੋਜਨ ਲਿਆ ਕੇ ਰੱਖਿਆ
ਤੇ ਇਹਦੇ ਨਾਲ ਗੱਲਾਂ ਕਰਨ ਲੱਗੀ। ਤੇ ਗੱਲਾਂ ਉਹੋ ਹੀ ਜਿਵੇਂ ਉਹ ਨੂਰ ਸ਼ਾਹ ਫਕੀਰ ਕਰਿਆ ਕਰਦਾ ਸੀ, ਮੇਰੇ ਚਿਹਰੇ ਵੱਲ ਵੇਖ, ਮੇਰੀਆਂ ਅੱਖਾਂ ਵਿੱਚ ਵੇਖ, ਉਹ ਲਾਈਟ ਆ ਗਈ, ਉਹ ਹੋ ਗਿਆ, ਆਹ ਹੋ ਗਿਆ, ਇਹੋ ਜਿਹੀਆਂ ਗੱਲਾਂ ਉਹ ਕਰਨ ਲੱਗੀ। ਭਾਈ ਮਰਦਾਨਾ ਜੀ ਉਹਦੀਆਂ ਗੱਲਾਂ ਤੋਂ ਪ੍ਰਭਾਵਿਤ ਤਾਂ ਹੋਏ, ਲੇਕਿਨ ਭਾਈ ਸਾਹਿਬ ਉੱਤੇ ਉਹਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ। ਉਹ ਆਪਣਾ ਸਾਰਾ ਜਿਹੜਾ ਜ਼ੋਰ ਸੀ ਤੰਤਰਾਂ ਮੰਤਰਾਂ ਦਾ ਲਗਾ ਕੇ ਚਲੀ ਗਈ ਤੇ ਜਾ ਕੇ ਨੂਰ ਸ਼ਾਹ ਨੂੰ ਕਹਿੰਦੀ ਏ ਕਿ ਇਹ ਸਾਧੂ, ਇਹਦੇ ਉੱਤੇ ਮੇਰੀਆਂ ਗੱਲਾਂ ਦਾ, ਮੇਰੀ ਤਰਾਟਕ ਵਿਧੀ ਦਾ ਕੋਈ ਪ੍ਰਭਾਵ ਨਹੀਂ ਹੋਇਆ। ਫਿਰ ਉਹਨੇ ਕਿਸੇ ਹੋਰ ਨੂੰ ਭੇਜਿਆ, ਫਿਰ ਕਿਸੇ ਹੋਰ ਨੂੰ ਭੇਜਿਆ ਤੇ ਅਖੀਰ ਉਹ ਆਪ ਆਈ। ਜਦੋਂ ਭਾਈ ਮਰਦਾਨਾ ਜੀ ਕਿਸੇ ਤੋਂ ਪ੍ਰਭਾਵਿਤ ਨਹੀਂ ਹੋਏ, ਉਹ ਆਪ ਆਈ, ਉਹਨੇ ਵੀ ਆ ਕੇ ਆਪਣਾ ਯਤਨ ਕੀਤਾ, ਲੇਕਿਨ ਭਾਈ ਮਰਦਾਨਾ ਜੀ ਪ੍ਰਭਾਵਿਤ ਨਹੀਂ ਹੋਏ। ਉਸ ਨੇ ਆਪਣੇ ਮਹਿਲ ਦੇ ਅੰਦਰ ਬਹੁਤ ਕੁਝ ਬਣਾਇਆ ਹੋਇਆ ਸੀ। ਉਹ ਚਾਹੇ ਤੇ ਆਪਣੇ ਮਹਿਲ ਵਿੱਚ ਹਨੇਰਾ ਕਰਕੇ ਰਾਤ ਬਣਾ ਸਕਦੀ ਏ। ਮਹਿਲ ਵਿੱਚ ਜੰਗਲੀ ਜਾਨਵਰ ਉਹਨੇ ਆਪਣੇ ਉਹਨਾਂ ਤੰਤਰਾਂ ਮੰਤਰਾਂ ਦੇ ਜ਼ੋਰ ਨਾਲ ਉਹ ਅੰਦਰ ਪੈਦਾ ਕਰ ਸਕਦੀ, ਉਹਨਾਂ ਨੂੰ ਖਤਮ ਕਰ ਸਕਦੀ, ਅੰਦਰ ਉਹ ਰਾਤ ਵਰਗਾ ਮਾਹੌਲ ਪੈਦਾ ਕਰ ਸਕਦੀ। ਇਹੋ ਜਿਹੇ ਕਰਮ ਉਹ ਕਰਦੀ ਸੀ। ਭਾਈ ਮਰਦਾਨਾ ਜੀ ਉੱਤੇ ਉਹਦਾ ਕੋਈ ਪ੍ਰਭਾਵ ਨਾ ਹੋਇਆ ਤੇ ਅਖੀਰ ਉਹ ਪੁੱਛਦੀ ਏ, ਤੂੰ ਕੌਣ ਏ? ਤੇ ਉਸਨੇ ਦੱਸਿਆ, ਆਪਣੇ ਬਾਰੇ ਜਾਣਕਾਰੀ ਦਿੱਤੀ ਤੇ ਆਖਣ ਲੱਗੀ, ਭਾਈ ਮਰਦਾਨਾ ਜੀ ਨੇ ਆਖਿਆ, ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ ਤੇ ਉਹਨਾਂ ਦੇ ਨਾਲ ਮੈਂ ਕੀਰਤਨ ਕਰਦਾ, ਮੈਨੂੰ ਸੰਗੀਤ ਬਹੁਤ ਪਿਆਰਾ ਲੱਗਦਾ ਹੈ। ਤੇ ਤਰਾਟਕ ਵਾਲੇ ਜਿਹੜੇ ਲੋਕ ਨੇ, ਜਿਹੜੀ ਚੀਜ਼ ਕਿਸੇ ਨੂੰ ਬਹੁਤ ਪਿਆਰੀ ਲੱਗਦੀ ਹੋਵੇ ਉਹਦਾ ਹੀ ਧਿਆਨ ਕਰਵਾਉਂਦੇ ਨੇ, ਤਾਂ ਹੀ ਉਹ ਛੇਤੀ ਨਾਲ ਸਮੋਹਿਤ ਕਰ ਪਾਉਂਦੇ ਨੇ ਕਿਸੇ ਨੂੰ। ਉਹ ਸਮਝ ਗਈ, ਉਹਨੇ ਆਖਿਆ ਕਿ ਜੇ ਤੈਨੂੰ ਸੰਗੀਤ ਪਿਆਰਾ ਹੈ, ਤੇ ਉਹਨੇ ਸੰਗੀਤ ਸ਼ੁਰੂ ਕਰਵਾ ਦਿੱਤਾ। ਤੇ ਭਾਈ ਵੀਰ ਸਿੰਘ ਲਿਖਦੇ ਨੇ, ਉਹਨੇ ਟੋਡੀ ਰਾਗ ਗਾਵਿਆ। ਤੇ ਉਹ ਰਾਗ ਭਾਈ ਮਰਦਾਨਾ ਜੀ ਸਾਰੇ ਹੀ ਰਾਗ ਜਾਣਦੇ ਸਨ। ਗੁਰੂ ਨਾਨਕ ਸਾਹਿਬ ਨੇ 19 ਰਾਗਾਂ ਵਿੱਚ ਬਾਣੀ ਉਚਾਰੀ ਹੋਈ ਏ। ਇਹਦਾ ਮਤਲਬ ਹੈ ਗੁਰੂ ਨਾਨਕ ਸਾਹਿਬ 19 ਰਾਗ ਗਾਇਆ ਕਰਦੇ ਸਨ ਤੇ ਭਾਈ ਮਰਦਾਨਾ ਜੀ ਨਾਲ ਰਬਾਬ ਵਜਾਉਂਦੇ ਸਨ। ਜਦੋਂ ਉਹਨੇ ਟੋਡੀ ਰਾਗ ਗਾਵਿਆ ਤੇ ਭਾਈ ਮਰਦਾਨੇ ਦੇ ਨੇਤਰ ਬੰਦ ਹੋਣ ਲੱਗ ਪਏ, ਕਿਉਂਕਿ ਉਹ ਸਰੋਤ ਸੀ ਉਹਦੇ ਅੰਦਰ, ਉਹਦੇ ਨਾਲ ਉਹ ਜੁੜਨ ਲੱਗ ਪਏ ਭਾਈ ਮਰਦਾਨਾ ਜੀ। ਬਸ ਉਸ ਰਾਗ ਨੇ, ਉਸ ਸੰਗੀਤ ਨੇ ਭਾਈ ਮਰਦਾਨਾ ਜੀ ਨੂੰ ਸਮੋਹਿਤ ਕਰ ਦਿੱਤਾ। ਉਹ ਆਪਣੀ ਹੋਸ਼ ਗਵਾ ਬੈਠੇ। ਤੁਸੀਂ ਕਈ ਵਾਰੀ ਵੇਖੋਗੇ ਕਿ ਜਦੋਂ ਸੰਗੀਤ ਕੋਈ ਬੜੇ ਪਿਆਰ ਨਾਲ ਵਜੰਤਰੀ ਵਜਾ ਰਿਹਾ ਹੋਵੇ, ਸਰੋਤੇ ਬੜੇ ਪਿਆਰ ਨਾਲ ਬੈਠ ਕੇ ਸੁਣਦੇ ਹੋਣ, ਤੇ ਕਈ ਲੋਕ ਹੁੰਦੇ ਨੇ ਜਿਨ੍ਹਾਂ ਦੀ ਸਰੋਤ ਬਹੁਤ ਵਧੀਆ ਹੁੰਦੀ ਏ, ਉਹ ਆਪਣੀ ਸੁੱਧ ਬੁੱਧ ਭੁੱਲ ਬੈਠਦੇ ਨੇ। ਉਹਨਾਂ ਨੂੰ ਯਾਦ ਨਹੀਂ ਰਹਿੰਦਾ ਉਹ ਬੈਠੇ ਕਿੱਥੇ ਨੇ, ਉਹਨਾਂ ਨੂੰ ਯਾਦ ਨਹੀਂ ਰਹਿੰਦਾ ਕਿੰਨਾ ਸਮਾਂ ਬੀਤ ਗਿਆ। ਉਹ ਯਾਨੀ ਨਿਰਵਿਚਾਰ ਹੋ ਜਾਂਦੇ ਨੇ ਤੇ ਉਸ ਸੰਗੀਤ ਦੇ ਅੰਦਰ ਉਹਨਾਂ ਦੀ ਸੁਰਤ ਐਸੀ ਜੁੜਦੀ ਹੈ ਕਿ ਉਹਨਾਂ ਨੂੰ ਸਭ ਕੁਝ ਬਾਹਰ ਦਾ ਭੁੱਲ ਹੀ ਜਾਂਦਾ ਹੈ। ਭਾਈ ਮਰਦਾਨਾ ਸਭ ਕੁਝ ਭੁੱਲ ਗਏ, ਹੁਣ ਸਮੋਹਿਤ ਹੋਏ ਤੇ ਹੁਣ ਨੂਰ ਸ਼ਾਹ ਜੋ ਆਖੇਗੀ ਭਾਈ ਮਰਦਾਨਾ ਉਹ ਹੀ ਬੋਲਣਗੇ, ਉਹ ਹੀ ਬਚਨ ਆਖਣਗੇ। ਸੋ ਭਾਈ ਮਰਦਾਨਾ ਜੀ ਸਮੋਹਿਤ ਹੋ ਗਏ। ਕਾਫੀ ਸਮਾਂ ਨਿਕਲ ਗਿਆ, ਦੁਪਹਿਰ ਢਲ ਗਈ। ਗੁਰੂ ਨਾਨਕ ਸਾਹਿਬ ਜੀ ਵੇਖਦੇ ਨੇ ਕਿ ਭਾਈ ਮਰਦਾਨੇ ਨੂੰ ਭੇਜਿਆ ਸੀ ਭੋਜਨ ਛਕਣ ਲਈ, ਅਜੇ ਤੱਕ ਆਇਆ ਨਹੀਂ। ਤੇ ਗੁਰੂ ਨਾਨਕ ਸਾਹਿਬ ਤੇ ਭਲਾ ਆਪ ਹੀ ਭੇਜਿਆ ਸੀ ਉਹਦੇ ਕੋਲ, ਤੇ ਪਤਾ ਹੀ ਸੀ ਕਿ ਆਹ ਕੁਝ ਹੋਣਾ ਹੈ, ਤੇ ਪਤਾ ਹੀ ਸੀ ਕਿ ਇਸ ਤਰ੍ਹਾਂ ਮੈਨੂੰ ਉੱਥੇ ਜਾਣਾ ਪੈਣਾ ਉਹਨੂੰ ਸਿੱਧੇ ਰਸਤੇ ਤੇ ਪਾਉਣ ਲਈ। ਗੁਰੂ ਨਾਨਕ ਸਾਹਿਬ ਉੱਠੇ ਤੇ ਉੱਠ ਕੇ ਉਹ ਸਹਿਜੇ ਸਹਿਜੇ ਤੁਰਦੇ ਤੁਰਦੇ ਉਸ ਮਹਿਲ ਵਿੱਚ ਪਹੁੰਚ ਗਏ ਜਿੱਥੇ ਭਾਈ ਮਰਦਾਨਾ ਜੀ ਬੇਸੁੱਧ ਅਵਸਥਾ ਵਿੱਚ ਲੇਟੇ ਹੋਏ ਨੇ, ਤੇ ਉਹਦੇ ਸਾਹਮਣੇ ਬੈਠੀ ਨੂਰ ਸ਼ਾਹ ਜੋ ਕਹਿੰਦੀ ਏ ਭਾਈ ਮਰਦਾਨਾ ਜੀ ਉਹੋ ਹੀ ਬਚਨ ਅੱਗੋਂ ਆਖੀ ਜਾਂਦੇ ਨੇ। ਸੋ ਗੁਰੂ ਨਾਨਕ ਸਾਹਿਬ ਜਦੋਂ ਅੰਦਰ ਗਏ ਤੇ ਉਹ ਨੂਰ ਸ਼ਾਹ ਬੜੀ ਖੁਸ਼ ਹੋਈ ਕਿ ਇੱਕ ਵਿਅਕਤੀ ਹੋਰ ਆ ਗਿਆ, ਇਹ ਵੀ ਬੜਾ ਪ੍ਰਭਾਵਸ਼ਾਲੀ ਵਿਅਕਤੀ ਲੱਗਦਾ ਹੈ, ਇਸ ਨੂੰ ਵੀ ਮੈਂ ਸਮੋਹਿਤ ਕਰਾਂਗੀ ਤੇ ਮੇਰਾ ਬੋਲ ਬਾਲਾ ਹੋਏਗਾ ਮੇਰੇ ਪੂਰੇ ਇਲਾਕੇ ਦੇ ਅੰਦਰ।
ਜਿਵੇਂ ਗੁਰੂ ਨਾਨਕ ਸਾਹਿਬ ਅੰਦਰ ਗਏ, ਬੜਾ ਆਦਰ ਦਿੱਤਾ। ਉਸਨੇ ਉਹਨਾਂ ਨੂੰ ਬੈਠਣ ਲਈ ਆਖਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਤਾਂ ਨਹੀਂ, ਖਲੋਤੇ ਰਹੇ, ਪਰ ਉਹਦੀਆਂ ਅੱਖਾਂ ਵਿੱਚ ਅੱਖਾਂ ਐਸੀਆਂ ਪਈਆਂ, ਉਹ ਜਿਹੜੀ ਦੁਨੀਆ ਦੇ ਵੱਡੇ ਵੱਡੇ ਸਾਧੂਆਂ ਨੂੰ ਸਮੋਹਿਤ ਕਰ ਲੈਂਦੀ ਸੀ, ਉਹ ਆਪ ਸਮੋਹਿਤ ਹੋ ਕੇ ਜ਼ਮੀਨ ਤੇ ਡਿੱਗ ਪਈ। ਜਦੋਂ ਜ਼ਮੀਨ ਤੇ ਡਿੱਗੀ, ਤੜਫਣ ਲੱਗੀ, ਉਹਦੇ ਚੇਲੇ ਬਾਲ ਕੇ ਇੱਧਰ ਉੱਧਰ ਦੌੜੇ ਤੇ ਗੁਰੂ ਨਾਨਕ ਸਾਹਿਬ ਨੇ ਆਖਿਆ, ਤੁਸੀਂ ਚਿੰਤਾ ਨਾ ਕਰੋ, ਕੋਈ ਫਿਕਰ ਨਾ ਕਰੋ, ਇਹਨੂੰ ਕੁਛ ਨਹੀਂ ਹੁੰਦਾ। ਥੋੜੇ ਸਮੇਂ ਬਾਅਦ ਉਹਨੂੰ ਸੁਰਤ ਆਈ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਢਹਿ ਪਈ। ਆਖਣ ਲੱਗੀ, ਅੱਜ ਤੱਕ ਮੇਰੀ ਨਿਗਾਹ ਵਿੱਚ ਕੋਈ ਇਹੋ ਜਿਹਾ ਸਾਧੂ ਨਹੀਂ ਆਇਆ ਜਿਹੜਾ ਮੈਨੂੰ ਸਮੋਹਿਤ ਕਰ ਸਕਦਾ ਹੋਵੇ। ਮੈਂ ਵੱਡੇ ਵੱਡੇ ਸਾਧੂਆਂ ਨੂੰ ਸਮੋਹਿਤ ਕੀਤਾ ਹੈ। ਮੇਰੇ ਮਹਿਲ ਵਿੱਚ ਅੰਦਰ ਜਾ ਕੇ ਵੇਖੋ ਕਿੰਨੇ ਬੈਠੇ ਹੋਏ ਨੇ। ਇਹਨਾਂ ਸਾਰਿਆਂ ਤੋਂ ਹੁਣ ਮੈਂ ਮਨ ਮਰਜ਼ੀ ਦੇ ਕੰਮ ਕਰਾਉਣੀ ਆ ਬਾਹਰ, ਕਿਸੇ ਨੂੰ ਕਿਤੇ ਭੇਜਦੀ ਆ, ਕਿਸੇ ਨੂੰ ਕਿਤੇ। ਲੋਕ ਮੇਰੀ ਜੈ ਜੈਕਾਰ ਕਰਦੇ ਨੇ, ਮਾਇਆ ਦੇ ਅੰਬਾਰ ਲੱਗੇ ਹੋਏ ਨੇ, ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ ਮੇਰੇ ਕੋਲ। ਪਰ ਤੁਸੀਂ ਇੱਕ ਪਹਿਲੇ ਵਿਅਕਤੀ ਅਜਿਹੇ ਆਏ ਹੋ ਜੋ ਮੇਰੇ ਤੋਂ ਪ੍ਰਭਾਵਿਤ ਨਹੀਂ ਹੋਏ, ਸਗੋਂ ਤੁਹਾਡੀ ਨਿਗਾਹ ਨਾਲ ਮੈਂ ਪ੍ਰਭਾਵਿਤ ਹੋਈ ਹਾਂ। ਗੁਰੂ ਨਾਨਕ ਸਾਹਿਬ ਆਖਣ ਲੱਗੇ, ਤੂੰ ਜਿਨ੍ਹਾਂ ਨੂੰ ਕਹਿੰਦੀ ਹੈ ਕਿ ਤੇਰਾ ਬੜਾ ਬੋਲ ਬਾਲਾ ਇਹਨਾਂ ਸਾਧੂਆਂ ਨੇ ਕੀਤਾ ਹੈ, ਜਿਨ੍ਹਾਂ ਨੂੰ ਤੂੰ ਕੈਦੀ ਬਣਾ ਕੇ ਰੱਖਿਆ ਹੋਇਆ ਹੈ, ਮੈਂ ਸਮਝਦਾ ਹਾਂ ਤੂੰ ਇਹਨਾਂ ਨੂੰ ਕੈਦੀ ਨਹੀਂ ਬਣਾਇਆ, ਸਗੋਂ ਤੂੰ ਇਹਨਾਂ ਦੀ ਕੈਦ ਵਿੱਚ ਫਸੀ ਹੋਈ ਹੈ। ਉਹ ਆਖਣ ਲੱਗੀ, ਨਹੀਂ ਮਹਾਰਾਜ, ਮੈਂ ਕਿਵੇਂ ਇਹਨਾਂ ਦੀ ਕੈਦ ਵਿੱਚ ਫਸੀ ਹਾਂ। ਕਹਿੰਦੇ ਕਿ ਤੂੰ 24 ਘੰਟੇ ਤੇਰੇ ਮਨ ਵਿੱਚ ਇਹੋ ਹੀ ਫਿਕਰ ਬਣਿਆ ਹੋਇਆ ਹੈ ਕਿ ਕਿਸੇ ਦਾ ਸਮੋਹਨ ਖੁੱਲ੍ਹ ਨਾ ਜਾਏ ਤੇ ਕੋਈ ਮੇਰੇ ਚੁੰਗਲ ਵਿੱਚੋਂ ਨਿਕਲ ਨਾ ਜਾਏ। ਹਰ ਵਕਤ ਤੂੰ ਇਸੇ ਹੀ ਧਿਆਨ ਵਿੱਚ ਰਹਿਨੀ ਹੈ, ਤੇ ਜੇ ਤੂੰ ਇਸੇ ਤਰ੍ਹਾਂ ਹੀ ਮਰ ਗਈ ਹੋ ਤੇ ਦੱਸ ਤੇਰਾ ਬਣੇਗਾ ਕੀ? ਕੀ ਤੈਨੂੰ ਰੱਬ ਦੀ ਦਰਗਾਹ ਵਿੱਚ ਥਾਂ ਮਿਲੇਗੀ? ਕੀ ਤੈਨੂੰ ਕੋਈ ਚੰਗਾ ਸਮਾਂ ਅਗਲਾ ਆਉਣ ਵਾਲਾ ਮਿਲੇਗਾ? ਕੁਝ ਵੀ ਨਹੀਂ। ਗੁਰੂ ਨਾਨਕ ਸਾਹਿਬ ਨੇ ਇਹੋ ਜਿਹੇ ਜਦੋਂ ਬਚਨ ਕੀਤੇ ਤੇ ਉਹਨੂੰ ਕੁਝ ਸੋਝੀ ਆਈ। ਉਹਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਗੁਰੂ ਨਾਨਕ ਸਾਹਿਬ ਆਖਣ ਲੱਗੇ, ਆ ਜਿਸ ਗੁਰਮੁਖ ਨੂੰ ਤੂੰ ਸਮੋਹਿਤ ਕੀਤਾ ਹੋਇਆ, ਇਸ ਦੀ ਸਮੋਹਿਤਾ ਖੋਲ ਦੇ। ਇੰਨਾ ਬਚਨ ਕਹਿ ਕੇ ਭਾਈ ਵੀਰ ਸਿੰਘ ਲਿਖਦੇ ਨੇ, ਗੁਰੂ ਨਾਨਕ ਸਾਹਿਬ ਉਸ ਹਵੇਲੀ ਤੋਂ ਬਾਹਰ ਨਿਕਲਦੇ ਜਾ ਰਹੇ ਨੇ, ਆਪਣੇ ਡੇਰੇ ਨੂੰ ਤੁਰੇ ਜਾਂਦੇ ਨੇ ਜਿੱਥੇ ਜੰਗਲ ਵਿੱਚ ਬੈਠੇ ਹੋਏ ਸਨ। ਭਾਈ ਮਰਦਾਨਾ ਜੀ ਦੀ ਜਾਗ ਖੁੱਲੀ, ਉਹਨਾਂ ਨੇ ਅੱਖਾਂ ਖੋਲ ਕੇ ਵੇਖਿਆ ਤੇ ਗੁਰੂ ਨਾਨਕ ਸਾਹਿਬ ਦੇ ਪਿੱਛੋਂ ਪਿੱਠ ਨਜ਼ਰ ਆਈ ਕਿ ਉਹ ਆਏ ਸਨ ਤੇ ਉਹ ਜਾ ਰਹੇ ਨੇ। ਇੱਕਦਮ ਉੱਠਿਆ, ਵੇਖਿਆ ਕਿ ਉਹਨੂੰ ਇਉਂ ਲੱਗਾ ਜਿਵੇਂ ਕਈ ਦਿਨ ਬੀਤ ਗਏ ਨੇ ਮੈਨੂੰ ਇੱਥੇ ਸੁੱਤਿਆਂ ਪਿਆ। ਉਹਨੂੰ ਨਹੀਂ ਪਤਾ ਕਿ ਮੈਂ ਸੌਂ ਗਿਆ ਸਾਂ ਜਾਂ ਮੈਂ ਸਮੋਹਿਤ ਹੋ ਗਿਆ ਸਾਂ। ਜਦੋਂ ਜਾਗ ਖੁੱਲੀ ਤੇ ਇੱਕਦਮ ਉੱਠ ਕੇ ਭੱਜਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕਈ ਦਿਨ ਹੋ ਗਏ ਮੈਂ ਇੱਥੇ ਸੁੱਤਾ ਹੋਇਆ, ਗੁਰੂ ਨਾਨਕ ਸਾਹਿਬ ਵਾਸਤੇ ਮੈਂ ਭੋਜਨ ਵੀ ਨਹੀਂ ਲੈ ਕੇ ਗਿਆ, ਉਹ ਮੈਨੂੰ ਉਡੀਕਦੇ ਹੋਣਗੇ। ਵੇਖਿਆ ਤੇ ਗੁਰੂ ਨਾਨਕ ਸਾਹਿਬ ਉਸ ਹਵੇਲੀ ਚੋਂ ਬਾਹਰ ਨਿਕਲਦੇ ਨੇ ਪਏ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਪਿੱਛੇ ਤੁਰਨ ਲੱਗੇ ਤੇ ਉਹ ਨੂਰ ਸ਼ਾਹ ਪੁੱਛਦੀ ਏ, ਰੱਬ ਦਿਆ ਬੰਦਿਆ ਕਿੱਥੇ ਚੱਲਿਆ ਹੈ? ਰੱਬ ਦਾ ਬੰਦਾ ਆਖਦਾ, ਜਿੱਥੇ ਮੇਰਾ ਮਾਲਕ ਲੈ ਜਾਏਗਾ ਉਹ ਦੇਖ ਮੇਰੇ ਮਾਲਕ ਜਾਂਦੇ ਪਏ, ਮੈਂ ਉਹਨਾਂ ਦੇ ਪਿੱਛੇ ਹੀ ਚੱਲਿਆ। ਗੁਰੂ ਨਾਨਕ ਸਾਹਿਬ ਜਿੱਥੇ ਜੰਗਲ ਵਿੱਚ ਬੈਠੇ ਸਨ, ਭਾਈ ਮਰਦਾਨਾ ਜੀ ਵੀ ਉੱਥੇ ਆ ਗਏ ਤੇ ਨੂਰ ਸ਼ਾਹ ਜਿਸ ਨੇ ਗੁਰੂ ਨਾਨਕ ਸਾਹਿਬ ਤੋਂ ਬਹੁਤ ਵੱਡਾ ਪ੍ਰਭਾਵ ਕਬੂਲ ਕੀਤਾ ਸੀ, ਉਹ ਨਾ ਰਹਿ ਸਕੀ। ਉਹ ਵੀ ਆਪਣੇ ਘਰੋਂ ਭੋਜਨ ਲੈ ਕੇ, ਆਪਣੇ ਘਰੋਂ ਬਹੁਤ ਸੁੰਦਰ ਪਦਾਰਥ ਲੈ ਕੇ, ਥਾਲ ਭਰ ਕੇ ਹੀਰੇ ਮੋਤੀਆਂ ਦਾ, ਉਹ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਵਾਸਤੇ ਆਈ। ਜਦੋਂ ਪਦਾਰਥ ਅੱਗੇ ਰੱਖੇ, ਭੋਜਨ ਛਕਣ ਲਈ ਆਖਿਆ ਤੇ ਗੁਰੂ ਨਾਨਕ ਸਾਹਿਬ ਨੇ ਇਨਕਾਰ ਕੀਤਾ ਕਿ ਨਹੀਂ ਬੀਬਾ, ਅਸੀਂ ਇਹ ਭੋਜਨ ਨਹੀਂ ਛਕ ਸਕਦੇ, ਇਹ ਤੇਰਾ ਭੋਜਨ ਧਰਮ ਦੀ ਕਿਰਤ ਦਾ ਨਹੀਂ ਹੈ। ਸੋ ਇੱਥੇ ਮੈਂ ਥੋੜੀ ਗੱਲ ਕਰਨਾ ਚਾਹਾਂਗਾ ਤੁਹਾਡੇ ਨਾਲ ਕਿ ਸਾਨੂੰ, ਭਾਵੇਂ ਆਪਾਂ ਸਾਰੇ ਧਰਮ ਦੀ ਕਿਰਤ ਹੀ ਕਰਦੇ ਹਾਂ, ਪਰ ਫਿਰ ਵੀ ਨਾ ਆਪਾਂ ਨੂੰ ਧਿਆਨ ਰੱਖਣਾ ਪੈਣਾ ਹੈ ਕਿ ਸਾਡੀ ਕਿਰਤ ਵਿੱਚ ਕਿਸੇ ਪ੍ਰਕਾਰ ਦਾ ਕੋਈ ਘੁਟਾਲਾ ਨਾ ਹੋਵੇ।
ਬਹੁਤ ਸਾਫ਼ ਸੁਥਰੀ ਕਿਰਤ ਹੋਵੇ। ਆਪਾਂ ਨੂੰ ਪਤਾ ਹੈ ਨਾ, ਆਪਾਂ ਜਦੋਂ ਸ਼ੁਰੂ ਕੀਤਾ ਸੀ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ, ਉਹ ਗਏ ਸਨ ਏਮਨਾਬਾਦ, ਜਿੱਥੇ ਮਲਕ ਭਾਗੋ ਤੇ ਭਾਈ ਲਾਲੋ ਨੂੰ ਮਿਲੇ ਸਨ। ਮਲਕ ਭਾਗੋ ਇੱਕ ਸ਼ਾਹੂਕਾਰ ਵੱਡਾ ਸੇਠ ਹੈ, ਸਰਕਾਰੀ ਅਹੁਦੇ ਉੱਤੇ ਬਿਰਾਜਮਾਨ ਹੈ, ਤੇ ਭਾਈ ਲਾਲੋ ਇੱਕ ਗਰੀਬੜਾ ਜਿਹਾ ਸਿੱਖ ਹੈ, ਨਿਮਾਣਾ ਜਿਹਾ ਬੰਦਾ ਹੈ, ਜਿਹੜਾ ਧਰਮ ਦੀ ਕਿਰਤ ਕਰਦਾ ਹੈ। ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਦੇ ਖੀਰਾਂ ਪੂੜੇ ਤਿਆਗੇ ਤੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾਣੀ ਪਸੰਦ ਕੀਤੀ। ਕਿਉਂ? ਸਿਰਫ ਇੱਕੋ ਹੀ ਗੱਲ ਏ ਕਿ ਉਹਦੀ ਕਿਰਤ ਧਰਮ ਦੀ ਏ। ਸੋ ਜੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਪਹਿਲੀ ਗੱਲ ਹੈ ਗੁਰੂ ਨਾਨਕ ਸਾਹਿਬ ਦੀ ਇਹ ਸ਼ਰਤ ਹੈ ਕਿ ਜਿਨਨੇ ਗੁਰੂ ਨਾਨਕ ਸਾਹਿਬ ਦੇ ਰਾਹ ਤੇ ਤੁਰਨਾ ਹੈ ਉਹ ਕਿਰਤ ਧਰਮ ਦੀ ਕਰੇ। ਨਾਮ ਦੀ ਗੱਲ ਤੇ ਬਾਅਦ ਵਿੱਚ ਆਏਗੀ। ਉਹਦੀ ਕਿਰਤ ਧਰਮ ਦੀ ਹੋਣੀ ਚਾਹੀਦੀ ਏ। ਸੋ ਸਤਿਗੁਰੂ ਨਾਨਕ ਸਾਹਿਬ ਨੇ ਆਖਿਆ, ਬੀਬਾ ਤੇਰੀ ਕਿਰਤ ਜਿਹੜੀ ਹੈ ਧਰਮ ਦੀ ਨਹੀਂ, ਇਹਦੇ ਵਿੱਚੋਂ ਅਸੀਂ ਭੋਜਨ ਨਹੀਂ ਛਕ ਸਕਦੇ। ਉਹਦੀਆਂ ਹੋਰ ਅੱਖਾਂ ਖੁੱਲੀਆਂ। ਉਹਨੇ ਆਖਿਆ, ਗੁਰੂ ਨਾਨਕ ਸਾਹਿਬ ਜੀ ਤੁਸੀਂ ਮੇਰੇ ਤੇ ਦਇਆ ਕਰੋ, ਮੈਂ ਸੱਚਮੁੱਚ ਹੀ ਬੜੇ ਅਪਰਾਧ ਕੀਤੇ ਨੇ। ਮੈਂ ਲੋਕਾਂ ਨੂੰ ਕਿਵੇਂ ਵੱਸ ਵਿੱਚ ਕਰਕੇ ਮਨ ਮਰਜ਼ੀਆਂ ਉਹਨਾਂ ਤੋਂ ਕਰਵਾਉਂਦੀ ਰਹੀ ਹਾਂ, ਤੇ ਹੁਣ ਮੈਂ ਚਾਹਾਂਗੀ ਕਿ ਤੁਸੀਂ ਇਸ ਬਿਮਾਰੀ ਤੋਂ ਮੈਨੂੰ ਨਿਜਾਤ ਦਿਵਾਓ। ਗੁਰੂ ਨਾਨਕ ਸਾਹਿਬ ਨੇ ਆਖਿਆ, ਪਹਿਲੀ ਗੱਲ ਇਹੋ ਹੀ ਹੈ ਕਿ ਤੂੰ ਕਿਰਤ ਆਪਣੀ ਸਾਫ਼ ਕਰ, ਅਗਲੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ। ਉਹ ਉੱਠੀ, ਉਹਨੇ ਆਪਣਾ ਸਾਰਾ ਸਾਜੋ ਸਮਾਨ ਚੁੱਕਿਆ ਤੇ ਆਪਣੇ ਘਰ ਚਲੀ ਗਈ। ਘਰ ਜਾ ਕੇ ਉਹਨੇ ਆਪਣੇ ਉਸ ਨਗਰ ਵਿੱਚ ਇੱਕ ਐਲਾਨ ਕਰਵਾਇਆ। ਐਲਾਨ ਇਹ ਕਰਵਾਇਆ ਕਿ ਨੂਰ ਸ਼ਾਹ ਮਰ ਗਈ, ਹੁਣ ਮੈਂ ਪਾਰਬਤੀ ਹਾਂ। ਨੂਰ ਸ਼ਾਹ ਮਰ ਗਈ, ਉਹਦਾ ਘਰ ਖੁੱਲ੍ਹਾ ਹੈ, ਸੁੰਝਾ ਹੈ, ਜਿੰਨੇ ਜੋ ਲੁੱਟਣਾ ਜਾ ਕੇ ਲੁੱਟ ਲਓ। ਜਿਹੜੇ ਉਹਨੇ ਸਾਧੂ ਸੰਤ ਫਕੀਰ ਆਮ ਲੋਕ ਵੱਡੇ ਵੱਡੇ ਜ਼ਿਮੀਂਦਾਰ ਆਪਣੇ ਵੱਸ ਵਿੱਚ ਕੀਤੇ ਹੋਏ ਸਨ, ਸਭਨਾਂ ਦੀ ਉਹਨੇ ਮੂਰਛਾ ਖੋਲ ਦਿੱਤੀ ਤੇ ਸਾਰੇ ਆਪੋ ਆਪਣੇ ਘਰੀਂ ਚਲੇ ਗਏ। ਇਸ ਤਰ੍ਹਾਂ ਦਾ ਵਰਤਾਰਾ ਵਰਤਾ ਕੇ ਨੂਰ ਸ਼ਾਹ ਮਰ ਗਈ। ਉਹਨੇ ਇੱਕ ਛੋਟਾ ਜਿਹਾ ਕੰਮ ਕੀਤਾ ਕਿਸੇ ਦੇ ਘਰੇ ਜਾ ਕੇ, ਜਿਵੇਂ ਆਮ ਬੀਬੀਆਂ ਕਿਸੇ ਦੇ ਘਰ ਕੱਪੜੇ ਧੋਣਾ, ਭਾਂਡੇ ਮਾਂਜਣਾ, ਸਫਾਈ ਆਦਿਕ ਦੀ ਸੇਵਾ ਕਰਦੀਆਂ ਨੇ। ਸੇਵਾ ਕਰਕੇ ਕੋਈ ਆਨਾ ਦੋ ਆਨੇ ਕਮਾ ਕੇ ਤੇ ਫਿਰ ਉਹਨੇ ਭੋਜਨ ਪਾਣੀ ਤਿਆਰ ਕੀਤਾ ਤੇ ਫਿਰ ਗੁਰੂ ਨਾਨਕ ਸਾਹਿਬ ਕੋਲ ਲੈ ਕੇ ਆਈ ਵੀ ਹੁਣ ਤੁਸੀਂ ਮੇਰਾ ਇਹ ਭੋਜਨ ਪ੍ਰਵਾਨ ਕਰੋ। ਗੁਰੂ ਨਾਨਕ ਸਾਹਿਬ ਨੇ ਉਹ ਭੋਜਨ ਆਪ ਵੀ ਚਲੋ ਮੁੱਖ ਨੂੰ ਲਾਇਆ ਤੇ ਉਹ ਸਾਰਿਆਂ ਵਿੱਚ ਜਿੰਨੇ ਲੋਕ ਉੱਥੇ ਬੈਠੇ ਸਨ ਸਾਰਿਆਂ ਵਿੱਚ ਵੰਡ ਦਿੱਤਾ। ਹੁਣ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਇੱਕ ਸੇਧ ਬਖਸ਼ੀ ਕਿ ਬੀਬਾ ਹੁਣ ਤੂੰ ਨਾ ਇੱਥੇ ਇੱਕ ਧਰਮਸ਼ਾਲਾ ਬਣਵਾ। ਉਹ ਨੂਰ ਸ਼ਾਹ ਜਿਹੜੀ ਲੋਕਾਂ ਦੇ ਉੱਤੇ ਜ਼ਬਰਦਸਤੀ ਆਪਣਾ ਰਾਜ ਦਾ ਝੰਡਾ ਝੁਲਾ ਰਹੀ ਸੀ, ਉਹ ਹੁਣ ਇੱਕ ਨਿਮਾਣੀ ਬੀਬੀ ਔਰਤ ਬਣ ਕੇ ਗੁਰੂ ਨਾਨਕ ਸਾਹਿਬ ਦੀ ਸਿੱਖ ਬਣ ਕੇ ਵਿਚਰਨ ਲੱਗੀ। ਗੁਰੂ ਨਾਨਕ ਸਾਹਿਬ ਤੋਂ ਸਿੱਖਿਆ ਪਾ ਕੇ ਉਹਨੇ ਨਾਮ ਜਪਣਾ ਸ਼ੁਰੂ ਕੀਤਾ। ਜਦੋਂ ਨਾਮ ਜਪਣਾ ਸ਼ੁਰੂ ਕੀਤਾ ਸੋਝੀ ਆਈ। ਇੱਕ ਦਿਨ ਭਾਈ ਮਰਦਾਨਾ ਜੀ ਪੁੱਛਦੇ ਨੇ ਉਸ ਪਾਰਬਤੀ ਨੂੰ, ਨੂਰ ਸ਼ਾਹ ਨੂੰ, ਵੀ ਜਦੋਂ ਤੂੰ ਮੇਰੇ ਨਾਲ ਮੈਨੂੰ ਸਮੋਹਿਤ ਕੀਤਾ ਸੀ ਮੈਂ ਕਿੰਨੇ ਦਿਨ ਉੱਥੇ ਰਿਹਾ ਸਾਂ? ਉਹ ਕਹਿੰਦੀ ਕੁਝ ਘੰਟੇ ਹੀ ਰਿਹਾ ਸੈਂ। ਤੇ ਮਰਦਾਨਾ ਜੀ ਕਹਿੰਦੇ ਮੈਨੂੰ ਇਉਂ ਲੱਗਦਾ ਸੀ ਜਿਵੇਂ ਮੈਂ ਕਈ ਦਿਨ ਉੱਥੇ ਬਿਤਾਏ ਹੋਣ। ਉਸ ਵਕਤ ਉਹ ਭੇਦ ਖੁੱਲ੍ਹਿਆ ਕਿ ਤੈਨੂੰ ਮੈਂ ਸਮੋਹਿਤ ਨਹੀਂ ਸਾਂ ਕਰ ਪਾ ਰਹੀ ਕਿਸੇ ਵੀ ਤਰੀਕੇ, ਪਰ ਤੂੰ ਸੰਗੀਤ ਦਾ ਪ੍ਰੇਮੀ ਸੈਂ, ਮੈਂ ਤੈਨੂੰ ਸੰਗੀਤ ਸੁਣਾ ਕੇ ਸਮੋਹਿਤ ਕੀਤਾ ਸੀ। ਭਾਈ ਮਰਦਾਨਾ ਜੀ ਨੇ ਇੱਕ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਨੂੰ। ਗੁਰੂ ਨਾਨਕ ਸਾਹਿਬ ਨੂੰ ਆਖਣ ਲੱਗੇ ਭਾਈ ਮਰਦਾਨਾ ਜੀ ਕਿ ਗੁਰੂ ਜੀ ਇਹਦਾ ਮਤਲਬ ਹੈ ਕਿ ਇਹ ਜਿਹੜਾ ਸੰਗੀਤ ਹੈ ਮੇਰੀ ਆਤਮਕ ਮੌਤ ਦਾ ਇਹ ਕਾਰਨ ਬਣਿਆ, ਕਿਉਂਕਿ ਸੰਗੀਤ ਮੈਨੂੰ ਪਿਆਰਾ ਲੱਗਦਾ ਤੇ ਇਹਦੇ ਪਿਆਰ ਵਿੱਚ ਮੈਂ ਇਹਦੇ ਚੁੰਗਲ ਵਿੱਚ ਫਸ ਗਿਆ।
ਇਸ ਸੰਗੀਤ ਹੀ ਮੇਰੀ ਆਤਮਕ ਮੌਤ ਦਾ ਕਾਰਨ ਬਣਿਆ। ਗੁਰੂ ਨਾਨਕ ਸਾਹਿਬ ਨੇ ਆਖਿਆ, ਭਾਈ ਮਰਦਾਨਾ, ਇਹਦੇ ਵਿੱਚ ਸੰਗੀਤ ਦਾ ਕੋਈ ਕਸੂਰ ਨਹੀਂ। ਸੰਗੀਤ ਸਾਨੂੰ ਆਤਮਕ ਮੌਤ ਨਹੀਂ ਦਿੰਦਾ, ਸੰਗੀਤ ਸਾਨੂੰ ਆਤਮਕ ਜੀਵਨ ਦਿੰਦਾ ਹੈ। ਪਰ ਤੂੰ ਸੰਗੀਤ ਦਾ ਪਿਆਰਾ ਸੈਂ ਤੇ ਸੰਗੀਤ ਵਿੱਚ ਤੇਰੀ ਸੁਰਤ ਜੁੜ ਗਈ, ਲੇਕਿਨ ਸੰਗੀਤ ਸੁਣਾਉਣ ਵਾਲੀ ਜਿਹੜੀ ਸੀ ਉਹਦਾ ਮਨੋਰਥ ਕੁਝ ਹੋਰ ਸੀ, ਇਸ ਲਈ ਤੇਰੇ ਤੇ ਅਸਰ ਹੋ ਗਿਆ। ਸੰਗੀਤ ਸਾਨੂੰ ਜੀਵਨ ਦਿੰਦਾ, ਸਾਨੂੰ ਆਤਮਕ ਜੀਵਨ ਦਿੰਦਾ ਹੈ, ਪਰ ਸੰਗੀਤ ਜਿਹਦੇ ਵਿੱਚ ਗੁਰੂ ਦਾ ਸ਼ਬਦ ਗਾਵਿਆ ਜਾ ਰਿਹਾ ਹੋਵੇ ਉਹ ਸੰਗੀਤ। ਹੁਣ ਸੰਗੀਤ ਦੇ ਅੰਦਰ ਸ਼ਬਦ ਹੁੰਦੇ ਨੇ। ਸਿਆਣੇ ਲੋਕ ਕਹਿੰਦੇ ਨੇ ਕਿ ਸੰਗੀਤ ਇੱਕ ਬਰਤਨ ਦੀ ਤਰ੍ਹਾਂ, ਇੱਕ ਭਾਂਡੇ ਦੀ ਤਰ੍ਹਾਂ ਹੈ, ਤੇ ਭਾਂਡੇ ਵਿੱਚ ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਜੇ ਉਸ ਭਾਂਡੇ ਵਿੱਚ ਅਸ਼ਲੀਲ ਗੀਤ ਪਾਏ ਹੋਣ ਤੇ ਨਿਕਲਣਗੇ ਉਹੋ ਹੀ ਸਾਡੇ ਮਨਾਂ ਉੱਤੇ ਉਹੋ ਜਿਹਾ ਪ੍ਰਭਾਵ ਪਾਉਣਗੇ। ਜੇ ਉਸੇ ਭਾਂਡੇ ਵਿੱਚ ਗੁਰੂ ਦਾ ਸ਼ਬਦ ਪਾਇਆ ਹੋਵੇ, ਜਦੋਂ ਉਹ ਗੁਰੂ ਦਾ ਸ਼ਬਦ ਉਹ ਸੰਗੀਤ ਰੂਪ ਭਾਂਡੇ ਵਿੱਚੋਂ ਨਿਕਲੇਗਾ ਤੇ ਸਾਡੇ ਮਨਾਂ ਉੱਤੇ ਆਪਣਾ ਪ੍ਰਭਾਵ ਪਾਏਗਾ, ਸਾਨੂੰ ਆਤਮਕ ਜੀਵਨ ਦੇਵੇਗਾ। ਸੋ ਇੱਥੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਨੂੰ ਥੋੜਾ ਸੰਗੀਤ ਬਾਰੇ ਸਮਝਾ ਦਿੱਤਾ ਕਿ ਉਹ ਸਾਨੂੰ ਸਭਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਸੰਗੀਤ ਮਾੜਾ ਨਹੀਂ। ਮੈਂ ਕਈ ਵਾਰੀ ਸੁਣਦਾ ਕਿ ਕਈ ਲੋਕ ਬੜਾ ਹੀ ਇਤਰਾਜ਼ ਕਰਦੇ ਨੇ ਕਿ ਫਲਾਣੇ ਰਾਗੀ ਸਿੰਘ ਨੇ ਕਿਸੇ ਫਿਲਮੀ ਧੁਨ ਉੱਤੇ ਸ਼ਬਦ ਗਾਵਿਆ। ਮੈਂ ਉਹਦੇ ਹੱਕ ਵਿੱਚ ਨਹੀਂ ਆ, ਲੇਕਿਨ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ, ਉਹ ਇਹ ਕਿ ਜ਼ਰੂਰੀ ਨਹੀਂ ਕਿ ਫਿਲਮਾਂ ਵਾਲੇ ਸਭ ਕੁਝ ਮਾੜਾ ਹੀ ਗਾ ਰਹੇ ਨੇ। ਜਿਹੜੇ ਰਾਗ ਨੇ, ਰਾਗ ਉਹੋ ਹੀ ਨੇ। ਫਿਲਮੀ ਸੰਗੀਤ ਵਾਲੇ ਵੀ ਇਹੋ ਹੀ ਰਾਗ ਵਰਤਦੇ ਨੇ ਜਿਹੜੇ ਗੁਰੂਆਂ ਨੇ ਵਰਤੇ ਹੋਏ ਨੇ। ਜਿਹੜੇ ਕਲਾਸੀਕਲ ਗਾਉਂਦੇ ਨੇ, ਆਮ ਜਿਹੜੇ ਸਾਡੇ ਧਾਰਮਿਕ ਸੱਭਿਆਚਾਰਕ ਗਾਣੇ ਹੁੰਦੇ ਨੇ, ਉਹ ਗਾਣੇ ਵੀ ਇਹਨਾਂ ਰਾਗਾਂ ਵਿੱਚ ਹੀ ਗਾਏ ਜਾਂਦੇ ਨੇ। ਪਰ ਜੇ ਕਿਸੇ ਦੀ ਧੁਨ ਕਿਸੇ ਇਸ ਤਰ੍ਹਾਂ ਦੇ ਗੀਤ ਨਾਲ ਮਿਲ ਜਾਏ ਤੇ ਇੰਨਾ ਬੁਰਾ ਵੀ ਨਾ ਮਨਾਇਆ ਕਰੋ। ਇਹ ਮੈਂ ਕਹਿਣਾ ਚਾਹ ਰਿਹਾ। ਤੁਸੀਂ ਸ਼ਬਦ ਨਾਲ ਜੁੜੋ, ਨਾ ਕਿ ਉਸ ਫਿਲਮੀ ਗੀਤ ਵਿੱਚ ਜਾ ਵੜੋ। ਮੈਂ ਇਹ ਨਹੀਂ ਕਹਿ ਰਿਹਾ ਕਿ ਰਾਗੀ ਸਿੰਘ ਫਿਲਮੀ ਗੀਤ ਗਾਉਣ, ਇਹ ਨਹੀਂ ਮੈਂ ਕਹਿ ਰਿਹਾ। ਮੈਂ ਕਹਿ ਰਿਹਾ ਕਿ ਬਾਈ ਚਾਂਸ ਕਦੀ ਹੋ ਸਕਦਾ ਸੁਭਾਵਕ ਹੀ ਕੋਈ ਟਿਊਨ ਕਿਸੇ ਫਿਲਮੀ ਗਾਣੇ ਦੀ ਟਿਊਨ ਨਾਲ ਮਿਲ ਜਾਏ, ਕਿਉਂਕਿ ਉਹ ਵੀ ਤੇ ਰਾਗਾਂ ਵਿੱਚ ਹੀ ਗਾਏ ਜਾ ਰਹੇ ਨੇ, ਇਹ ਵੀ ਰਾਗਾਂ ਵਿੱਚ ਹੀ ਗਾਏ ਜਾ ਰਹੇ ਨੇ। ਜੇ ਕਿਤੇ ਸੁਭਾਵਕ ਕੋਈ ਤੁਹਾਨੂੰ ਉਹਦਾ ਝਲਕਾਰਾ ਨਜ਼ਰ ਆਵੇ ਤੇ ਉਸ ਨੂੰ ਇਗਨੋਰ ਕਰਨਾ ਸਿੱਖੋ। ਸ਼ਬਦ ਨਾਲ ਆਪਣੀ ਸੁਰਤ ਨੂੰ ਆਪਾਂ ਜੋੜਨਾ ਹੈ। ਜਿਵੇਂ ਜਿਵੇਂ ਆਪਾਂ ਸ਼ਬਦ ਨਾਲ ਜੁੜਾਂਗੇ, ਫਿਰ ਸਾਡੇ ਤੇ ਬਾਹਰੋਂ ਕਿਸੇ ਚੀਜ਼ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਅਸੀਂ ਆਤਮਕ ਜੀਵਨ ਜੀ ਉਠਾਂਗੇ। ਗੁਰੂ ਨਾਨਕ ਸਾਹਿਬ ਇਸ ਨੂੰ ਨੂਰ ਸ਼ਾਹ ਨੂੰ ਇਹ ਸਿੱਧਾ ਧਰਮ ਦਾ ਰਸਤਾ ਵਿਖਾ ਕੇ ਤੁਰੇ ਤੇ ਉੱਥੇ ਧਰਮਸ਼ਾਲਾ ਬਣਾਉਣ ਲਈ ਆਖਿਆ। ਜਦੋਂ ਤੁਰਨ ਲੱਗੇ ਤੇ ਨੂਰ ਸ਼ਾਹ ਨੇ ਬੇਨਤੀ ਕੀਤੀ, ਪਾਤਸ਼ਾਹ ਆਪਣੇ ਪਵਿੱਤਰ ਹਸਤ ਕਮਲਾਂ ਦੀ ਕੋਈ ਨਿਸ਼ਾਨੀ ਮੈਨੂੰ ਦੇ ਕੇ ਜਾਓ। ਜਦੋਂ ਗੁਰੂ ਨਾਨਕ ਸਾਹਿਬ ਜੰਗਲਾਂ ਵਿੱਚੋਂ ਨਿਕਲਦੇ ਸਨ, ਪਿੱਛੋਂ ਕਿਸੇ ਨੇ ਨਾ ਉਹਨਾਂ ਨੂੰ ਇੱਕ ਬਰਸ਼ਾ ਦਿੱਤਾ ਸੀ, ਭੇਟਾ ਕੀਤਾ ਸੀ ਵੀ ਤੁਸੀਂ ਜੰਗਲਾਂ ਦੇ ਵਿੱਚੋਂ ਜਾਣਾ, ਜੰਗਲੀ ਜਾਨਵਰ ਨਿਕਲਦੇ ਨੇ, ਤੁਹਾਡੇ ਕੋਲ ਕੁਝ ਵੀ ਨਹੀਂ, ਤੁਸੀਂ ਖਾਲੀ ਹੱਥ ਹੋ। ਭਾਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਸਨ ਮੈਂ ਖਾਲੀ ਹੱਥ ਨਹੀਂ ਆ, ਮੇਰੇ ਕੋਲ ਗਰੀਬੀ ਗਦਾ ਹਮਾਰੀ, ਸਾਡੇ ਕੋਲ ਬਹੁਤ ਕੁਝ ਏ, ਪਰ ਚਲੋ ਕਿਸੇ ਦੀ ਭਾਵਨਾ ਨੂੰ ਲੈ ਕੇ ਭਾਈ ਮਰਦਾਨਾ ਜੀ ਦੇ ਕੋਲੋਂ ਛੋਟਾ ਜਿਹਾ ਬਰਸ਼ਾ ਸੀ, ਗੁਰੂ ਨਾਨਕ ਸਾਹਿਬ ਨੇ ਨੂਰ ਸ਼ਾਹ ਨੂੰ ਉਹ ਹੀ ਦੇ ਦਿੱਤਾ। ਉਸ ਗੁਰਦੁਆਰੇ ਵਿੱਚ ਤਵਾਰੀਖ ਗੁਰੂ ਖਾਲਸਾ 'ਚ ਲਿਖਿਆ ਹੋਇਆ ਹੈ ਕਿ ਉਹ ਬਰਸ਼ਾ ਅੱਜ ਵੀ ਮੌਜੂਦ ਹੈ ਉੱਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ। ਉਹ ਨੂਰ ਸ਼ਾਹ ਜਿਸ ਨੇ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕੀਤਾ, ਉਹ ਇੱਕ ਆਪਣੇ ਇਹੋ ਜਿਹੇ ਜੀਵਨ ਵਿੱਚੋਂ ਨਿਕਲ ਕੇ ਇੱਕ ਸੱਚੇ ਸੁੱਚੇ ਜੀਵਨ ਦੀ ਧਾਰਨੀ ਬਣੀ। ਉਸਨੇ ਪੂਰੇ ਇਲਾਕੇ ਵਿੱਚ ਗੁਰੂ ਨਾਨਕ ਸਾਹਿਬ ਦੇ ਮੱਤ ਦਾ ਫਿਰ ਪ੍ਰਚਾਰ ਕੀਤਾ। ਸੋ ਇੱਥੋਂ ਜੀ ਆਪਾਂ ਅਗਲੇ ਆਉਣ ਵਾਲੇ ਐਤਵਾਰ ਨੂੰ ਗੱਲ ਸ਼ੁਰੂ ਕਰਾਂਗੇ। ਅੱਜ ਤੁਸੀਂ ਇੰਨੇ ਕੁ ਬਚਨ ਪ੍ਰਵਾਨ ਕਰਨਾ
ਆਪਾਂ ਗੁਰੂ ਨਾਨਕ ਸਾਹਿਬ ਦੇ ਜੀਵਨ ਇਤਿਹਾਸ ਨੂੰ ਪੜ੍ਹ ਰਹੇ ਹਾਂ, ਵਾਚ ਰਹੇ ਹਾਂ, ਤੇ ਜੋ ਉਹਦੇ ਵਿੱਚੋਂ ਸਾਨੂੰ ਸਿੱਖਿਆਵਾਂ ਮਿਲਦੀਆਂ ਨੇ ਉਹਨਾਂ ਨੂੰ ਆਪਾਂ ਆਪਣੇ ਜੀਵਨ ਵਿੱਚ ਧਾਰਨ ਕਰਨਾ, ਧਰਮ ਦੀ ਕਿਰਤ ਕਰਨਾ, ਨਾਮ ਜਪਣਾ ਤੇ ਲੋੜਵੰਦਾਂ ਦੀ ਸਹਾਇਤਾ ਕਰਨਾ। ਇਹ ਗੁਰੂ ਨਾਨਕ ਸਾਹਿਬ ਦੇ ਕੁਝ ਮੁੱਢਲੇ ਅਸੂਲ ਨੇ। ਫਿਰ ਜਿਵੇਂ ਜਿਵੇਂ ਨਾਮ ਜਪੀਦਾ, ਅਵਸਥਾਵਾਂ ਬਦਲਦੀਆਂ ਨੇ। ਇਹ ਅੱਗੇ ਫਿਰ ਲੰਬੀ ਕਹਾਣੀ ਹੈ, ਫਿਰ ਕਦੀ ਆਪਾਂ ਵਿਚਾਰ ਕਰ ਲਵਾਂਗੇ। ਤੁਸੀਂ ਬੜੇ ਪਿਆਰ ਨਾਲ ਬਚਨ ਸੁਣੇ ਨੇ, ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।